ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 349 ਤੇ ਉੱਤੋਂ ਚੌਥੀ ਪੰਕਤੀ ਹੈ, 2 ਨੰਬਰ ਤੋਂ ਬਾਅਦ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਸਤ ਪੁੰਨਦਾਨ ਨੂੰ ਕਹਿੰਦੇ ਨੇ। ਸਾਰੇ ਪੁੰਨਦਾਨ, ਸਭ ਤਪ, ਸਾਰੇ ਤਪ, ਸਾਰੀਆਂ ਚੰਗਿਆਈਆਂ ਅਤੇ ਸਿੱਧਾਂ ਪੁਰਖਾਂ ਨੂੰ ਜਿਹੜੀਆਂ ਵਡਿਆਈਆਂ ਮਿਲੀਆਂ ਹੋਈਆਂ ਨੇ, ਇਹ ਜਿਹੜੀਆਂ ਵਡਿਆਈਆਂ ਮਿਲਦੀਆਂ ਨੇ ਪੁੰਨਦਾਨ ਕਰਕੇ, ਤਪ ਕਰਕੇ, ਚੰਗੇ ਕਰਮ ਕਰਕੇ, ਭਜਨ ਬੰਦਗੀ ਕਰਕੇ, ਤੁਧ ਬਿਨ ਸਿੱਧੀ ਕਿਨੇ ਨਾ ਪਾਈ। ਪਰ ਤੇਰੀ ਕਿਰਪਾ ਤੋਂ ਬਿਨਾਂ ਕਿਸੇ ਨੂੰ ਕਾਮਯਾਬੀ ਨਹੀਂ ਮਿਲ ਸਕਦੀ। ਜੇ ਤੇਰੀ ਕਿਰਪਾ ਹੋਏਗੀ ਤਾਂ ਹੀ ਉਹ ਪ੍ਰਵਾਨ ਹੋਏਗਾ। ਪੁੰਨਦਾਨ ਵੀ ਤਾਂ ਹੀ ਪ੍ਰਵਾਨ ਨੇ ਜੇ ਪਰਮਾਤਮਾ ਦੀ ਕਿਰਪਾ ਹੈ, ਤਪ ਵੀ ਤਾਂ ਹੀ ਪ੍ਰਵਾਨ ਹੈ, ਸੰਸਾਰ ਚੰਗਿਆਈਆਂ ਕਰ ਰਿਹਾ ਤਾਂ ਹੀ ਪ੍ਰਵਾਨ ਨੇ ਜੇ ਉਹਦੀ ਕਿਰਪਾ ਹੋਵੇਗੀ। ਕਰਮ ਮਿਲੈ ਨਾਹੀ ਠਾਕ ਰਹਾਈਆ। ਜਿਹੜੀ ਸਿੱਧੀ ਹੈ, ਕਾਮਯਾਬੀ ਜਿਹੜੀ ਹੈ, ਵਡਿਆਈ ਜੋ ਹੈ, ਕਰਮ ਹੁੰਦੇ ਬਖਸ਼ਿਸ਼ ਹੈ। ਜਿਸ 'ਤੇ ਬਖਸ਼ਿਸ਼ ਹੋ ਜਾਂਦੀ ਹੈ, ਫਿਰ ਜਦੋਂ ਉਸ ਨੂੰ ਸਿੱਧੀ ਮਿਲਦੀ ਹੈ, ਨਾ ਹੀ ਠਾਕ ਰਹਾਈਆ, ਉਹ ਕਿਸੇ ਦੇ ਰੋਕਿਆ ਨਹੀਂ ਰੁਕਦੀ। ਜੇ ਕੋਈ ਕੋਸ਼ਿਸ਼ ਕਰੇ ਵੀ ਹਾਂ ਇਹਨੂੰ ਸਿੱਧੀ ਪ੍ਰਾਪਤ ਨਾ ਹੋਵੇ, ਇਹਦੀ ਵਡਿਆਈ ਨਾ ਹੋਵੇ, ਉਹ ਉਹਦੇ ਰੋਕਿਆ ਨਹੀਂ ਰੁਕਦੀ, ਕਿਉਂਕਿ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ। ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਤਾਂ ਹੀ ਬੰਦਾ ਪੁੰਨਦਾਨ ਕਰਦਾ ਹੈ, ਤਾਂ ਹੀ ਤਪ ਕਰਦਾ ਹੈ, ਤਾਂ ਹੀ ਸ਼ੁਭ ਕਰਮ ਕਰਦਾ ਹੈ, ਤਾਂ ਹੀ ਸਿੱਧੀ ਪ੍ਰਾਪਤ ਕਰਦਾ ਹੈ। ਉਹਦੀ ਬਖਸ਼ਿਸ਼ ਹੁੰਦੀ ਹੈ। ਕਰਮ ਬਖਸ਼ਿਸ਼ ਨੂੰ ਕਹਿੰਦੇ ਨੇ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਹੇ ਪਰਮਾਤਮਾ, ਤੇਰੇ ਜਿਹੜੇ ਭੰਡਾਰ ਨੇ ਉਹ ਤੇ ਤੇਰੀਆਂ ਸਿਫਤਾਂ ਨਾਲ ਭਰੇ ਹੋਏ ਹਨ, ਅਤੇ ਤੇਰੀਆਂ ਸਿਫਤਾਂ ਕਰਨ ਵਾਲਾ ਵਿਚਾਰਾ ਕੀ ਤੇਰੀ ਸਿਫਤ ਕਰ ਸਕਦਾ ਹੈ। ਤੇਰੇ ਤਾਂ ਭੰਡਾਰੇ ਹੀ ਭਰੇ ਪਏ ਹਨ। ਭਾਵ ਅਸੀਂ ਉਹਦੀ ਪੂਰੀ ਸਿਫਤ ਨਹੀਂ ਕਰ ਸਕਦੇ। ਜਿੰਨੀ ਕੁ ਪਰਮਾਤਮਾ ਨੇ ਸਾਨੂੰ ਸਮਰੱਥਾ ਦਿੱਤੀ ਹੋਈ ਹੈ, ਉਹਦੇ ਅਨੁਸਾਰ ਹੀ ਉਹਦੀ ਅਸੀਂ ਸਿਫਤ ਸਲਾਹ ਕਰਦੇ ਹਾਂ। ਜਿਸ ਤੂੰ ਦੇ, ਤੂੰ ਆ ਗਿਆ ਨਾ। ਜਦੋਂ ਆਪਾਂ ਕਿਸੇ ਨਾਲ ਗੱਲ ਕਰ ਰਹੀ ਹੋਈਏ ਤਾਂ ਅੱਗੇ ਜਿਹੜੀ ਕਿਰਿਆ ਹੁੰਦੀ ਹੈ ਫਿਰ ਨੱਕ ਰਾਹੀਂ ਬੋਲੀ ਜਾਂਦੀ ਹੈ। ਜਿਵੇਂ ਤੂੰ ਕਿੱਥੇ ਜਾਂਦਾ ਹੈ ਨਹੀਂ ਹੋਏਗਾ, ਫਿਰ ਹੈ ਹੋਏਗਾ। ਜਿਸ ਤੂੰ ਦੇ ਤਿਸੈ ਕਿਆ ਚਾਰਾ, ਚਾਰਾ ਹੁੰਦਾ ਜ਼ੋਰ। ਅਤੇ ਫਿਰ ਜਿਸ ਨੂੰ ਤੂੰ ਸਿਫਤ ਸਲਾਹ ਬਖਸ਼ ਦੇ, ਕਿਸੇ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ। ਜਿਹਨੂੰ ਤੂੰ ਇਹ ਦਾਤ ਦਿੰਦਾ ਸਿਫਤ ਸਲਾਹ ਦੇ, ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ। ਉਸ ਦਾਤ ਨੂੰ ਕੋਈ ਰੋਕ ਨਹੀਂ ਸਕਦਾ ਹੈਗਾ ਵੀ ਇਹਨੂੰ ਨਾ ਜੀ ਦਾਤ ਦਿਓ। ਇਹ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ। ਨਾਨਕ ਸੱਚ ਸਵਾਰਨ ਹਾਰਾ। ਪਰਮਾਤਮਾ ਜਿਹੜਾ ਹੈ ਸੱਚ, ਪਰਮਾਤਮਾ ਉਹ ਜੀਵ ਦੇ ਜੀਵਨ ਨੂੰ ਸਵਾਰਨ ਵਾਲਾ ਹੈ। ਅਤੇ ਸਵਾਰਦਾ ਕਿਵੇਂ? ਆਪਣੀ ਸਿਫਤ ਸਲਾਹ ਦੀ ਦਾਤ ਦੇ ਕੇ। ਪਰਮਾਤਮਾ ਸਾਡੇ ਅੰਦਰ ਸਿਫਤ ਸਲਾਹ ਕਰਨ ਦਾ ਗੁਣ ਪੈਦਾ ਕਰਦਾ ਹੈ। ਉਹ ਜਿਉਂ ਜਿਉਂ ਅਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ, ਸਾਡਾ ਆਪਣਾ ਜੀਵਨ ਹੀ ਸੰਵਰਦਾ ਜਾਂਦਾ ਹੈ। ਪਰਮਾਤਮਾ ਸਾਡੇ ਵਾਹਿਗੁਰੂ ਵਾਹਿਗੁਰੂ ਕਰਨਾ ਨਾ ਵੱਡਾ ਹੁੰਦਾ ਨਾ ਛੋਟਾ ਹੁੰਦਾ। ਵਡਿਆਈ ਕਰਨ ਨਾਲੋਂ ਵੱਡਾ ਨਹੀਂ ਹੋ ਜਾਂਦਾ ਅਤੇ ਨਿੰਦਿਆ ਕਰਨ ਨਾਲੋਂ ਛੋਟਾ ਨਹੀਂ ਹੋ ਜਾਂਦਾ। ਅਸੀਂ ਹੀ ਨਿੰਦਿਆ ਕਰਕੇ ਛੋਟੇ ਹੁੰਦੇ ਹਾਂ, ਵਡਿਆਈ ਕਰਕੇ ਵੱਡੇ ਹੁੰਦੇ ਹਾਂ। ਵਡਿਆਈ ਕਰੀ ਜਾਓ, ਤੁਹਾਡੀ ਆਤਮਿਕ ਅਵਸਥਾ ਉੱਚੀ ਹੁੰਦੀ ਜਾਏਗੀ। ਨਿੰਦਿਆ ਕਰੋ, ਜਿਹੜੀ ਅਵਸਥਾ ਉਸ ਤੋਂ ਡਾਊਨ ਹੁੰਦੀ ਜਾਏਗੀ। ਸੋ ਨਾਲੇ ਗੁਰਬਾਣੀ ਕਹਿੰਦੇ ਵਡਿਆਈ ਵੱਡਾ ਪਾਇਆ, ਵੱਡਾ ਪਰਮਾਤਮਾ। ਪਰਮਾਤਮਾ ਦੀ ਪ੍ਰਾਪਤੀ ਵਡਿਆਈਆਂ ਕਰਨ ਨਾਲ ਹੀ ਮਿਲਦੀ ਹੈ। ਅਤੇ ਜਿਹੜਾ ਗੁਰਮੰਤਰ ਹੁੰਦਾ ਇਸ 'ਚ ਸਾਰੀਆਂ ਵਡਿਆਈਆਂ ਇਕੱਠੀਆਂ ਹੁੰਦੀਆਂ ਬਸਾਂ।
ਇਹ ਕਹਿਣਾ ਤੂੰ ਬਖਸ਼ਿੰਦ ਹੈ, ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ। ਉਹ ਕਹਿਣ ਦੀ ਬਜਾਏ ਬਸ ਇਹੀ ਕਹਿਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਸ਼ਬਦ ਦੇ ਵਿੱਚ ਸਾਰੀਆਂ ਵਡਿਆਈਆਂ ਨੇ ਪਰਮਾਤਮਾ ਦੀਆਂ। ਇਸ ਲਈ ਕਹਿੰਦੇ ਸਿਫਤੀ ਪਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੈ ਕੈ ਚਾਰਾ, ਨਾਨਕ ਸੱਚ ਸਵਾਰਨਹਾਰਾ। ਸਿਫਤੀ ਪਰੇ ਤੇਰੇ ਭੰਡਾਰਾ, ਸਿਫਤੀ ਪਰੇ ਤੇਰੇ ਭੰਡਾਰਾ, ਸਿਫਤੀ ਪਰੇ ਤੇਰੇ ਭੰਡਾਰਾ, ਸਿਫਤੀ ਪਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤਿਸੈ ਕਿਆ ਚਾਰਾ, ਜਿਸ ਤੂੰ ਦੇ ਤਿਸੈ ਕਿਆ ਚਾਰਾ, ਜਿਸ ਤੂੰ ਦੇ ਤਿਸੈ ਕਿਆ ਚਾਰਾ, ਜਿਸ ਤੂੰ ਦੇ ਤਿਸੈ ਕਿਆ ਚਾਰਾ। ਨਾਨਕ ਸੱਚ ਸਵਾਰਨਹਾਰਾ, ਨਾਨਕ ਸੱਚ ਸਵਾਰਨਹਾਰਾ, ਨਾਨਕ ਸੱਚ ਸਵਾਰਨਹਾਰਾ, ਨਾਨਕ ਸੱਚ ਸਵਾਰਨਹਾਰਾ। ਸੋ ਉਹ ਤਾਂ ਮਨੁੱਖ ਦੇ ਜੀਵਨ ਨੂੰ ਸਵਾਰਨ ਵਾਲਾ ਹੈ। ਉਹਦਾ ਢੰਗ ਕੀ ਹੈ ਕਿ ਉਹ ਦਾਤ ਦਿੰਦਾ ਕਿ ਤੂੰ ਮੇਰਾ ਨਾਮ ਜਪ। ਉਹ ਬਖਸ਼ਿਸ਼ ਕਰਦਾ ਕਿਸੇ ਜੀਵ 'ਤੇ। ਜਿਉਂ-ਜਿਉਂ ਅਸੀਂ ਨਾਮ ਜਪਦੇ ਹਾਂ, ਫਿਰ ਕੀ ਇਹ ਨਾਮ ਸਾਨੂੰ ਸਵਾਰਦਾ ਹੈ? ਦੇਖੋ ਨਾ, ਨਾਮ ਨੇ ਸਾਡੀ ਜ਼ਿੰਦਗੀ ਨੂੰ ਸਵਾਰਨਾ ਹੈ। ਕਿਵੇਂ? ਜਿਉਂ-ਜਿਉਂ ਤੁਸੀਂ ਨਾਮ ਜਪੀ ਜਾਓਗੇ, ਤੁਹਾਡੀ ਸੋਚ ਉੱਚੀ ਹੁੰਦੀ ਜਾਵੇਗੀ। ਆਮ ਮਨੁੱਖ ਦੀ ਸੋਚ ਨੀਵੀਂ ਹੈ। ਉਹ ਘਟੀਆ ਕਰਮ ਕਰਦਾ ਰਹਿੰਦਾ, ਚੋਰੀਆਂ ਕਰਦਾ, ਡਾਕੇ ਮਾਰਦਾ, ਠੱਗੀਆਂ ਕਰਦਾ, ਮਿਲਾਵਟਾਂ ਕਰਦਾ, ਧੋਖਾਧੜੀ ਕਰਦਾ, ਰਿਸ਼ਵਤਾਂ ਲੈਂਦਾ ਹੈ। ਕਿਤੇ ਜ਼ਮੀਨ ਦਬ ਲਈ, ਕਿਤੇ ਮਕਾਨ ਦਬ ਲਿਆ, ਕਰਜ਼ਾ ਲੈ ਕੇ ਮੁੱਕਰ ਗਿਆ, ਨਸ਼ੇ ਕਰਦਾ ਹੈ, ਬਦਫੈਲੀਆਂ ਕਰਦਾ ਹੈ। ਇਹ ਨੀਵੀਂ ਸੋਚ ਦੀ ਨਿਸ਼ਾਨੀ ਹੈ। ਇਹ ਸਾਰੇ ਕਰਮ ਜਿਹੜੇ ਨੀਵੀਂ ਸੋਚ ਦੀ ਨਿਸ਼ਾਨੀ ਹੈ। ਕਿਉਂ? ਉਹਨਾਂ ਨਾ ਬਾਣੀ ਪੜ੍ਹਨੀ, ਨਾ ਨਾਮ ਜਪਣੀ। ਸੋਚ ਉੱਚੀ ਕਿੱਥੋਂ ਹੋਵੇ? ਉੱਚੀ ਸੋਚ ਤਾਂ ਹੀ ਹੋਏ ਜੇ ਅਸੀਂ ਉੱਚਾ ਕੁਛ ਪੜ੍ਹਾਂ ਸੁਣਾਂਗੇ। ਜਿਹੜੀਆਂ ਚੰਗੀਆਂ ਕਿਤਾਬਾਂ ਨੇ ਉਹ ਸਾਡੀ ਸੋਚ ਨੂੰ ਉੱਚੀਆਂ ਕਰਦੀਆਂ, ਘਟੀਆ ਕਿਤਾਬਾਂ ਸਾਡੀ ਸੋਚ ਨੂੰ ਨੀਵੇਂ ਕਰਦੀਆਂ ਨੇ। ਜਿਵੇਂ ਵਧੀਆ ਮਨੁੱਖਾਂ ਦੀ ਸੰਗਤ ਸਾਡੀ ਸੋਚ ਨੂੰ ਉੱਚੀਆਂ ਕਰਦੀ ਹੈ, ਘਟੀਆ ਮਨੁੱਖਾਂ ਦੀ ਸੰਗਤ ਸਾਡੀ ਸੋਚ ਨੂੰ ਨੀਵੇਂ ਕਰਦੀ ਹੈ। ਜਦੋਂ ਸੋਚ ਨੀਵੀਂ ਹੁੰਦੀ ਹੈ, ਫਿਰ ਮਨੁੱਖ ਘਟੀਆ ਕਰਮ ਕਰਦਾ ਹੈ। ਸੋਚ ਨੂੰ ਉੱਚੀ ਚੁੱਕਣ ਲਈ ਦੋ ਹੀ ਗੱਲਾਂ ਨੇ। ਇੱਕ ਤਾਂ ਸਤ ਸੰਗਤ ਕਰਨੀ ਹੈ, ਕਿ ਉਹ ਗੁਰੂ ਬਹੁਤ ਉੱਚੇ ਨੇ। ਜਦੋਂ ਅਸੀਂ ਉਹਨਾਂ ਦੀ ਸੰਗਤ ਕਰਦੇ ਹਾਂ, ਅਸੀਂ ਦਿਨੋਂ ਦਿਨ ਉੱਚੇ ਹੁੰਦੇ ਜਾਂਦੇ ਹਾਂ। ਗੁਰੂ ਦੀ ਸੋਚ ਰੱਬੀ ਸੋਚ ਹੁੰਦੀ ਹੈ। ਗੁਰੂ ਮਹਾਰਾਜ ਦੀ ਸੋਚ ਇੰਨੀ ਉੱਚੀ ਹੈ ਜਿੰਨੀ ਪਰਮਾਤਮਾ ਦੀ ਸੋਚ ਹੈ। ਇਸ ਕਰਕੇ ਜਦੋਂ ਆਪਾਂ ਗੁਰੂ ਮਹਾਰਾਜ ਦੀ ਸੰਗਤ ਕਰਦੇ ਹਾਂ, ਬਾਣੀ ਦੀ ਸੰਗਤ ਕਰਦੇ ਹਾਂ, ਸਾਡੀ ਸੋਚ ਉੱਚੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਸੋਚ ਉੱਚੀ ਹੁੰਦੀ ਹੈ, ਪਹਿਲੀ ਅਵਸਥਾ ਆਉਂਦੀ ਹੈ ਵਿਵੇਕ ਬੁੱਧ ਦੀ। ਸਾਡੇ ਅੰਦਰ ਐਸੀ ਮੱਤ ਪੈਦਾ ਹੋ ਜਾਂਦੀ ਹੈ ਜਿਹੜੀ ਸਾਨੂੰ ਦੱਸਦੀ ਹੈ ਕਿ ਆਹ ਠੀਕ ਹੈ ਅਤੇ ਆਹ ਗਲਤ ਹੈ। ਪਹਿਲਾਂ ਇਹਨਾਂ ਦੱਸਦੀ। ਬੰਦੇ ਨੂੰ ਗਿਆਨ ਹੋ ਜਾਂਦਾ ਹੈ ਕੀ ਠੀਕ ਹੈ ਅਤੇ ਕੀ ਗਲਤ ਹੈ। ਗਿਆਨ ਹੁੰਦਾ ਹੈ, ਪਰ ਨਿਰਾ ਗਿਆਨ ਬੰਦੇ ਦਾ ਕੁਝ ਨਹੀਂ ਸਵਾਰਦਾ ਜਿੰਨਾ ਚਿਰ ਉਸ ਗਿਆਨ ਦੇ ਅਨੁਸਾਰ ਬੰਦਾ ਕਰਮ ਨਹੀਂ ਕਰਦਾ। ਫਿਰ ਜਿਉਂ-ਜਿਉਂ ਅਸੀਂ ਨਾਮ ਜਪੀ ਜਾਵਾਂਗੇ, ਸਾਡੀ ਸੋਚ ਹੋਰ ਉੱਚੀ ਹੋਵੇਗੀ। ਅਸੀਂ ਘਟੀਆ ਕਰਮ ਛੱਡਦੇ ਜਾਵਾਂਗੇ ਅਤੇ ਵਧੀਆ ਕਰਮ ਕਰਦੇ ਜਾਵਾਂਗੇ। ਇੱਕ ਦਿਨ ਜਦ ਸੋਚ ਬਹੁਤ ਉੱਚੀ ਹੋ ਗਈ, ਸਾਡੇ ਤੋਂ ਘਟੀਆ ਕਰਮ ਹੋ ਹੀ ਨਹੀਂ ਸਕਦਾ। ਕਿਉਂ? ਸਾਡੇ ਅੰਦਰ ਘਟੀਆ ਖਿਆਲ ਹੀ ਨਹੀਂ ਆਉਣੇ, ਅੰਦਰੋਂ ਘਟੀਆ ਪੁਣਾ ਖਤਮ ਹੋ ਜਾਣਾ ਹੈ। ਸਾਡੀ ਸੋਚ ਉੱਚੀ ਹੋ ਜਾਣੀ ਹੈ। ਇਸ ਲਈ ਫਿਰ ਅਸੀਂ ਗਲਤ ਕਰਮ ਕਰਾਂਗੇ ਹੀ ਨਹੀਂ। ਅਤੇ ਜਦੋਂ ਗਲਤ ਕਰਮ ਛੱਡਦੇ, ਸਾਡਾ ਜੀਵਨ ਸੁਖੀ ਹੋਣਾ ਸ਼ੁਰੂ ਹੋ ਜਾਏਗਾ ਅਤੇ ਨਾਮ ਦੀ ਜਿਹੜੀ ਅਵਸਥਾ ਹੈ ਉਹ ਉੱਚੀ ਹੋਣੀ ਸ਼ੁਰੂ ਹੋ ਜਾਏਗੀ। ਅਜੇ ਮਨੁੱਖ ਦੀ ਸੋਚ ਨੀਵੀਂ ਹੈ, ਕਰਮ ਘਟੀਆ ਨੇ। ਹਾਲਾਂਕਿ ਉਹ ਬਾਣੀ ਪੜ੍ਹ ਰਿਹਾ, ਨਾਮ ਜਪ ਰਿਹਾ, ਪਰ ਇਸ ਦੇ ਬਾਵਜੂਦ ਵੀ ਉਹਦੇ ਕਰਮ ਅਜੇ ਇੰਨੇ ਵਧੀਆ ਨਹੀਂ ਹੋਏ। ਕਿਉਂ? ਕਰਮ ਉਦੋਂ ਵਧੀਆ ਹੋਣਗੇ ਜਦੋਂ ਨਾਮ ਜਪ ਕੇ ਸਾਡੇ ਮਨ ਦੀ ਮਹਿਲ ਲੈ ਜਾਏਗੀ। ਜਦੋਂ ਮਨ ਸਾਫ਼ ਹੋਵੇਗਾ, ਕਰਮ ਅਤੀ ਸ਼ੁਭ ਹੋ ਜਾਣਗੇ। ਅਤੇ ਜਦੋਂ ਕਰਮ ਵਧੀਆ ਹੋ ਗਏ, ਜੀਵਨ ਆਪੇ ਹੀ ਵਧੀਆ ਹੋ ਜਾਂਦਾ ਹੈ। ਸਾਡੇ ਵਿਚਾਰ ਸਾਡੇ ਕਰਮ ਬਣਦੇ ਨੇ ਅਤੇ ਸਾਡੇ ਕਰਮ ਹੀ ਸਾਡਾ ਜੀਵਨ ਬਣਦੇ ਨੇ।
ਕਿਸੇ ਵੀ ਕਰਮ ਕਰਨ ਤੋਂ ਪਹਿਲਾਂ ਕਰਮ ਦਾ ਵਿਚਾਰ ਆਉਂਦਾ ਹਮੇਸ਼ਾ। ਚੋਰੀ ਕਰਨ ਦਾ ਪਹਿਲਾਂ ਵਿਚਾਰ ਆਵੇਗਾ ਵਾਰੀ ਵਾਰੀ, ਫਿਰ ਤੁਸੀਂ ਚੋਰੀ ਕਰੋਗੇ। ਇਸ ਤਰ੍ਹਾਂ ਬਾਣੀ ਪੜ੍ਹਨ ਦਾ ਪਹਿਲਾਂ ਵਿਚਾਰ ਆਵੇਗਾ, ਫਿਰ ਬੰਦਾ ਬਾਣੀ ਸਿੱਖਣੀ ਸ਼ੁਰੂ ਕਰੇਗਾ। ਵਿਚਾਰ ਜਿਹੜੇ ਨੇ ਉਹਦੇ ਅਨੁਸਾਰ ਫਿਰ ਸਾਡੇ ਕਰਮ ਬਣਦੇ ਨੇ, ਕਰਮ ਫਿਰ ਸਾਡੀ ਕਿਸਮਤ ਬਣਦੀ ਹੈ। ਸੋ ਇਸ ਲਈ ਸ਼ੁਭ ਵਿਚਾਰ ਉਦੋਂ ਹੀ ਪੈਦਾ ਹੁੰਦੇ ਨੇ ਜਦੋਂ ਅਸੀਂ ਚੰਗੇ ਬੰਦਿਆਂ ਦੀ ਸੰਗਤ ਕਰੀਏ, ਚੰਗੀਆਂ ਕਿਤਾਬਾਂ ਪੜ੍ਹੀਏ। ਬਾਣੀ ਤੋਂ ਉੱਪਰ ਕੋਈ ਚੰਗੀ ਕਿਤਾਬ ਨਹੀਂ। ਬਾਣੀ ਤੋਂ ਸੰਸਾਰ ਦੀਆਂ ਸਾਰੀਆਂ ਪੁਸਤਕਾਂ ਬਾਣੀ ਤੋਂ ਹੇਠਾਂ ਨੇ। ਜੋ ਸਹੀ ਵਿਚਾਰ ਨੇ ਉਹ ਗੁਰਬਾਣੀ ਦੇ ਵਿੱਚ ਹਨ। ਇਸ ਲਈ ਬਾਣੀ ਪੜ੍ਹਨੀ ਚਾਹੀਦੀ, ਬਜਾਏ ਫਜ਼ੂਲ ਦੀਆਂ ਕਿਤਾਬਾਂ ਪੜ੍ਹੀ ਜਾਣ ਨਾਲ ਨਹੀਂ ਗੱਲ ਬਣਦੀ ਹੈਗੀ। ਸਾਰਾ ਗਿਆਨ ਬਾਣੀ 'ਚ ਦਿੱਤਾ ਹੋਇਆ ਹੈ। ਬਾਣੀ ਵੀ ਤਾਂ ਗੱਲ ਬਣੇ ਜੇ ਅਸੀਂ ਅਰਥਾਂ ਸਮੇਤ ਬਾਣੀ ਨੂੰ ਪੜ੍ਹਾਂਗੇ। ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਆਤਮਿਕ ਅਵਸਥਾ ਉੱਚੀ ਹੋਵੇ, ਮੇਰੀ ਗੱਲ ਮੰਨ ਲਓ, ਤੁਸੀਂ ਅਰਥਾਂ ਸਮੇਤ ਬਾਣੀ ਪੜ੍ਹਨੀ ਸ਼ੁਰੂ ਕਰ ਦਿਓ। ਪਹਿਲਾਂ ਜਿਹੜੀ ਤੁਹਾਨੂੰ ਕਿਤਾਬ ਦਿੱਤੀ ਹੈ ਉਹਦਾ ਉਚਾਰਨ ਪੜ੍ਹੋ ਪਹਿਲੇ ਸਫ਼ੇ ਦਾ, ਫਿਰ ਜਿਹੜੇ ਉਹਦੇ ਨਾਲ ਔਖੇ ਸ਼ਬਦ ਅਰਥ ਦਿੱਤੇ ਫਿਰ ਉਹ ਪੜ੍ਹੋ। ਉਚਾਰਨ ਪੜ੍ਹੋ, ਫਿਰ ਅਰਥ ਪੜ੍ਹੋ, ਫਿਰ ਪੋਥੀ ਦਾ ਪਹਿਲਾ ਸਫ਼ਾ ਪੜ੍ਹੋ। ਪੜ੍ਹਦੇ ਹੋਏ ਫਿਰ ਵੀ ਕਿਤੇ ਦਿੱਕਤ ਆਏ, ਫਿਰ ਕਿਤਾਬ ਨੂੰ ਫਿਰ ਵੇਖੋ ਇਹਦਾ ਕੀ ਅਰਥ ਹੈ। ਇਸ ਤਰ੍ਹਾਂ ਤੁਹਾਨੂੰ ਸਮਝ ਆ, ਜਿਉਂ-ਜਿਉਂ ਤੁਹਾਨੂੰ ਬਾਣੀ ਦੀ ਸਮਝ ਆਏਗੀ ਤੁਹਾਡਾ ਮਨ ਟਿਕਣਾ ਸ਼ੁਰੂ ਹੋ ਜਾਏਗਾ। ਬਾਣੀ ਅਰਥਾਂ ਸਮੇਤ ਪੜ੍ਹੀ ਦੀ ਹੈ। ਬਿਨਾਂ ਅਰਥਾਂ ਦੇ ਬਾਣੀ ਪੜ੍ਹਨਾ, ਜਿਹੜਾ ਬਾਣੀ ਦਾ ਉਂਝ ਲਾਭ ਤੁਹਾਡੇ ਕੰਮ ਕੁੰਮ ਤੇ ਹੁੰਦੇ ਰਹਿਣਗੇ, ਪਰ ਤੁਹਾਡਾ ਜੀਵਨ ਨਹੀਂ ਬਦਲੇਗਾ। ਗੁਰੂ ਮਹਾਰਾਜ ਦੀ ਅਸੀਂ ਗੱਲ ਪੜ੍ਹ ਰਹੇ ਹਾਂ, ਪਰ ਗੁਰੂ ਮਹਾਰਾਜ ਕੀ ਕਹਿ ਰਹੇ ਨੇ ਸਾਨੂੰ ਪਤਾ ਹੀ ਨਹੀਂ, ਤਾਂ ਫਿਰ ਜ਼ਿੰਦਗੀ ਕਿਵੇਂ ਬਦਲੇਗੀ। ਇਸੇ ਗੱਲ ਲਈ ਫਿਰ ਕਥਾ ਵਾਰਤਾ ਸ਼ੁਰੂ ਹੋਈ ਵੀ ਬਾਣੀ 500 ਸਾਲ ਪਹਿਲਾਂ ਲਿਖੀ ਹੋਈ ਹੈ, ਅੱਜ ਦੇ ਬੰਦੇ ਦਾ ਉਸ ਵੇਲੇ ਨਹੀਂ ਗੱਲ ਬਣਦੀ। ਇਸ ਲਈ ਕਥਾ ਵਾਰਤਾ ਸ਼ੁਰੂ ਹੋਈ ਵੀ ਸਾਨੂੰ ਬਾਣੀ ਦੀ ਸਮਝ ਆ ਜਾਏ ਗੁਰੂ ਮਹਾਰਾਜ ਕਹਿੰਦੇ ਕੀ ਨੇ। ਜਦੋਂ ਪਤਾ ਲੱਗ ਗੁਰੂ ਮਹਾਰਾਜ ਆਹ ਕਹਿੰਦੇ ਨੇ ਅਤੇ ਮੈਂ ਆਹ ਕਰ ਰਿਹਾ ਹਾਂ, ਤਾਂ ਫਿਰ ਅੰਤਰ ਦਾ ਪਤਾ ਲੱਗ ਜਾਏਗਾ। ਨਾਲੇ ਫਿਰ ਇਹ ਵੀ ਪਤਾ ਲੱਗੇਗਾ, ਗੁਰਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਚੱਜ ਆਚਾਰ ਤੇ ਗੁਰੂ ਨੂੰ ਮਿਲ ਕੇ ਆਉਂਦੇ ਨੇ। ਬਾਣੀ ਪੜ੍ਹ, ਇਹ ਤੈਨੂੰ ਚੱਜ ਆਚਾਰ ਸਿਖਾਏਗੀ, ਕਿਹੜੇ ਕੰਮ ਠੀਕ ਨੇ ਕਿਹੜੇ ਗਲਤ ਨੇ। ਜੇ ਜਿਨ੍ਹਾਂ ਕੰਮਾਂ ਤੋਂ ਬਾਣੀ ਰੋਕਦੀ ਹੈ ਉਹ ਕੰਮ ਨਹੀਂ ਕਰਨੇ। ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵਹੀਂ ਸਾਈਂ ਦੇ ਦਰਬਾਰ। ਫਿਰ ਬੰਦਾ ਮੰਦੇ ਕਰਮਾਂ ਨੂੰ ਛੱਡ ਦਿੰਦਾ, ਚੰਗੇ ਕਰਦਾ ਰਹਿੰਦਾ, ਇੱਕ ਦਿਨ ਉਹਦੀ ਆਤਮਿਕ ਅਵਸਥਾ ਉੱਚੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਇੱਕ ਸਹਿਜ ਪਾਠ ਇਸ ਤਰ੍ਹਾਂ ਕਰੋ, ਅਰਥਾਂ ਸਮੇਤ ਇੱਕ ਸਹਿਜ ਪੜ੍ਹ ਕਰ, ਚਾਹੇ ਸਾਲ ਲੱਗ ਜਾਏ ਕੋਈ ਗੱਲ ਨਹੀਂ। ਗਿਣਤੀਆਂ ਮਿਣਤੀਆਂ 'ਚ ਨਹੀਂ ਪਈਦਾ ਮੈਂ ਇੰਨੇ ਸਹਿਜ ਪੜ੍ਹ ਕਰ ਲਏ, ਗਿਣਤੀਆਂ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਵੀ ਇੰਨੇ ਕਰ ਲਏ ਜੀ। ਉਹ ਐਵੇਂ ਮਨ 'ਚ ਹਉਮੈ ਵੀ ਪੈਦਾ ਹੋ ਸਕਦੀ ਹੈ, ਮੈਂ ਜੀ ਇੰਨੇ ਸਹਿਜ ਪੜ੍ਹ ਕਰ ਲਏ। ਅਰਥਾਂ ਸਮੇਤ ਕਰੋ। ਜਿਉਂ ਤੁਸੀਂ ਅਰਥਾਂ ਸਮੇਤ ਪਾਠ ਕਰੋਗੇ, ਤੁਸੀਂ ਬਹੁਤ ਬਿਜ਼ੀ ਹੋ ਜਾਓਗੇ, ਤੁਹਾਡਾ ਸਮਾਂ ਬਹੁਤ ਵਧੀਆ ਗੁਜ਼ਰੇਗਾ। ਨਹੀਂ ਤਾਂ ਜੇ ਬਿਨਾਂ ਅਰਥਾਂ ਦੇ ਪੜ੍ਹੋਗੇ, ਬਾਣੀ ਪੜ੍ਹ ਧਿਆਨ ਕਿਤੇ ਹੋਰ ਗਿਆ ਹੋਇਆ ਹੈ। ਅਰਥਾਂ ਸਮੇਤ ਬਾਣੀ ਪੜ੍ਹੋ, ਤੁਹਾਨੂੰ ਨੀਂਦ ਨਹੀਂ ਆਵੇਗੀ। ਨੀਂਦ ਕਿਉਂ? ਦਿਮਾਗ ਦਾ ਜ਼ੋਰ ਲੱਗ ਰਿਹਾ ਹੈ। ਜਦ ਦਿਮਾਗ ਦਾ ਜ਼ੋਰ ਲੱਗੇਗਾ ਫਿਰ ਨੀਂਦ ਨਹੀਂ ਆਵੇਗੀ। ਹੁਣ ਤਾਂ ਅੱਖਾਂ ਦਾ ਜ਼ੋਰ ਲੱਗ, ਦਿਮਾਗ ਦਾ ਜ਼ੋਰ ਹੀ ਨਹੀਂ ਲੱਗ ਰਿਹਾ, ਪੜ੍ਹੀ ਜਾ ਰਹੇ ਤੁਸੀਂ। ਜਦੋਂ ਅਰਥਾਂ ਸਮੇਤ ਪੜ੍ਹੋ ਫਿਰ ਦਿਮਾਗ ਦਾ ਜ਼ੋਰ ਲੱਗੇਗਾ ਵੀ ਇਹਦਾ ਕੀ ਉਚਾਰਨ ਹੈ, ਇਹਦਾ ਕੀ ਮੀਨਿੰਗ ਹੈ। ਸੋ ਨਾਲੇ ਤੁਹਾਡਾ ਪਾਠ ਸ਼ੁੱਧ ਹੋ ਜਾਏਗਾ। ਇਹ ਮਤ ਸੋਚੋ ਤੁਹਾਨੂੰ ਪਾਠ ਆਉਂਦਾ ਹੈ। ਸਿਰਫ ਦੋ ਬੰਦਿਆਂ ਨੂੰ ਸ਼ੁੱਧ ਪਾਠ ਆਉਂਦਾ, ਇੱਕ ਰਘਬੀਰ ਸਿੰਘ ਅਤੇ ਇੱਕ ਜੇ ਸੁਖਦੇਵ ਸਿੰਘ ਸੰਧੂ, ਬਾਕੀ ਤਾਂ ਕਿਸੇ ਨੂੰ ਨਹੀਂ ਆਉਂਦਾ ਸ਼ੁੱਧ। ਨਾ ਸਾਡੇ ਪਾਠੀਆਂ ਨੂੰ ਆਵੇ, ਇੰਨੇ ਸਾਲ ਹੋ ਗਏ ਉਹਨਾਂ ਨੂੰ, ਸ਼ੁੱਧ ਨਹੀਂ ਆਉਂਦਾ। ਇਹ ਦੋ ਬੰਦਿਆਂ ਨੂੰ ਆਉਂਦਾ ਬਸ, ਕਿਉਂਕਿ ਦੋਨਾਂ ਨੇ ਬਹੁਤ ਮਿਹਨਤ ਕੀਤੀ ਹੋਈ ਹੈ। ਸੰਧੂ ਸਾਹਿਬ ਨੇ ਬਹੁਤ ਮਿਹਨਤ, ਉਹਨਾਂ ਮੈਨੂੰ 10 ਪੋਥੀਆਂ ਨੂੰ ਇਸ ਲਈ ਦਿੱਤੀਆਂ ਸੀ ਅਰਥਾਂ ਸਮੇਤ, ਪ੍ਰੋਫੈਸਰ ਸਾਹਿਬ ਸਿੰਘ ਦੀਆਂ।
ਮੈਂ ਲੈ ਜਾ ਯਾਰ, ਤੈਨੂੰ ਸ਼ੌਕ ਹੈ, ਪੜ੍ਹਿਆ ਕਰ ਬਾਣੀ। ਅਰਥਾਂ ਸਮੇਤ ਬਾਣੀ ਪੜ੍ਹੋ, ਤੁਹਾਡਾ ਉਚਾਰਨ ਆਪੇ ਠੀਕ ਹੋ ਜਾਏਗਾ। ਸੋ ਜਿਹੜੀ ਕਿਤਾਬ ਤੁਹਾਨੂੰ ਦਿੱਤੀ ਹੈ ਉਹਦੇ ਅਨੁਸਾਰ ਤੁਸੀਂ ਇੱਕ ਸਹਿਜ ਪਾਠ ਕਰੋ, ਚਾਹੇ ਸਾਲ 'ਚ ਹੋਵੇ, ਕੋਈ ਗੱਲ ਨਹੀਂ, ਉਸ ਨਾਲ ਕੋਈ ਮਹਾਨਤਾ ਨਹੀਂ ਹੈਗੀ। ਤੁਸੀਂ ਜਿਹੜਾ ਮੰਨ ਲਓ ਤੁਸੀਂ 1 ਘੰਟਾ ਰੋਜ਼ ਸਹਿਜ ਪਾਠ ਕਰਦੇ ਹੋ, ਉਹੀ 1 ਘੰਟਾ ਅਰਥਾਂ ਸਮੇਤ ਬਾਣੀ ਪੜ੍ਹ ਲਓ, ਬਸ ਟਾਈਮ ਹੀ ਉਹਨਾਂ ਲਾਉਣਾ। ਮੰਨ ਲਓ ਤੁਸੀਂ 2 ਘੰਟੇ ਰੋਜ਼ ਬਾਣੀ ਚੱਲਦੇ, ਦੋਨੋਂ ਘੰਟੇ ਅਰਥਾਂ ਸਮੇਤ ਪੜ੍ਹ ਲਓ, ਤੁਹਾਨੂੰ ਆਨੰਦ ਹੀ ਹੋ ਰਹੇਗਾ ਔਰ ਤੁਹਾਡੀ ਆਤਮਿਕ ਅਵਸਥਾ ਉੱਚੀ ਹੋਣੀ ਸ਼ੁਰੂ ਹੋ ਜਾਵੇਗੀ। ਇਹ ਗੁਰੂ ਮਹਾਰਾਜ ਕਹਿੰਦੇ। ਆਸਾ ਮਹਿਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਵਾਂ। ਗੁਰੂ ਮਹਾਰਾਜ ਕਹਿੰਦੇ, ਹੇ ਪਰਮਾਤਮਾ, ਜੇ ਤਾਂ ਮੈਂ ਤੇਰਾ ਨਾਮ ਜਪਦਾ ਫਿਰ ਤਾਂ ਮੈਂ ਜਿਉਂਦਾ ਹਾਂ, ਜੇ ਮੈਨੂੰ ਵਿਸਰਦਾ ਤਾਂ ਸਮਝੋ ਮੈਂ ਤੇ ਮਰਦਾ ਹਾਂ। ਨਾਮ ਜਪਣਾ ਹੀ ਜੀਵਨ ਹੈ, ਨਾਮ ਨੂੰ ਭੁੱਲਣਾ ਮੌਤ ਦੇ ਬਰਾਬਰ ਹੈ। ਪਰ ਨਾਲੇ ਵੀ ਕਹਿੰਦੇ ਨੇ, ਆਖਣ ਔਖਾ ਸਾਚਾ ਨਾਮ, ਪਰ ਸਾਚਾ ਪਾ ਪਰਮਾਤਮਾ ਦਾ ਨਾਮ ਜਪਣਾ ਬਹੁਤ ਔਖਾ ਹੈ, ਇਹ 'ਚ ਕੋਈ ਸ਼ੱਕ ਨਹੀਂ। ਹਾਂ, 2 ਕੰਮ ਮੈਂ ਦੇਖੇ ਬਹੁਤ ਔਖੇ ਨੇ, ਇੱਕ ਸੈਰ ਕਰਨਾ, ਇੱਕ ਨਾਮ ਜਪਣਾ। ਜਿਹੜੇ ਨਾਮ ਜਪਦੇ ਨੇ ਉਹ ਸੈਰ ਨਹੀਂ ਕਰਦੇ, ਜਿਹੜੇ ਸੈਰ ਕਰਦੇ ਉਹ ਨਾਮ ਨਹੀਂ ਜਪਦੇ ਹੈਗੇ। ਅਤੇ ਜਿਹੜਾ ਦੋਨੋਂ ਕੰਮ ਕਰਦਾ ਹੈ, ਸੈਰ ਵੀ ਕਰਦਾ, ਨਾਮ ਜਪ, ਸਮਝੋ ਦੋਨੋਂ ਔਖੇ ਕੰਮ ਕਰ ਰਹੇ, ਸੌਖੇ ਨਹੀਂ ਹੈਗੇ। ਸੈਰ ਕੋਈ ਸੈਰ ਮਸਾਂ ਸਾਰੀ ਆਬਾਦੀ ਦਾ 5% ਮਸਾਂ ਸੈਰ ਕਰਦੇ ਨੇ, 95% ਲੋਕ ਸੈਰ ਨਹੀਂ ਕਰਦੇ। ਇਸ ਲਈ 5% ਹੀ ਲੋਕ ਨਾਮ ਜਪਦੇ ਨੇ, ਬਾਕੀ ਬਸ ਬਾਣੀਆਂ ਪੜ੍ਹਦੇ ਰਹਿੰਦੇ ਨੇ ਜਾਂ ਉਂਝ ਲੇਟੇ ਲੂਟੇ ਰਹਿੰਦੇ ਨੇ। ਇਹ ਦੋਨੋਂ ਕੰਮ ਔਖੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵੇਲੇ ਲਾਹੌਰ 'ਚ ਇੱਕ ਛੱਜੂ ਭਗਤ ਰਹਿੰਦਾ ਸੀ। ਇੱਕ ਦਿਨ ਗਰਮੀਆਂ ਦਾ ਮੌਸਮ, ਉਹ ਆਪਣੇ ਚੁਬਾਰੇ 'ਚ ਰਿਹਾ ਕਰਦੇ ਸਨ। ਬਾਜ਼ਾਰ 'ਚ ਕੋਈ ਕੰਮ ਸੀ, ਬਾਜ਼ਾਰ 'ਚ ਆ ਰਹੇ ਨੇ, ਰਾਹ 'ਚ ਇੱਕ ਬਿਲਡਿੰਗ ਬਣ ਰਹੀ ਹੈ, ਮਜ਼ਦੂਰ ਲੱਗੇ ਨੇ ਬਹੁਤ, ਪਸੀਨੋ ਪਸੀਨੀ ਹੋਏ ਨੇ, ਧੁੱਪ ਪੈ ਰਹੀ ਕੜਕ ਵੀ। ਛੱਜੂ ਭਗਤ ਜੀ ਨੂੰ ਤਰਸ ਆ ਗਿਆ, ਉਹ ਮਜ਼ਦੂਰਾਂ ਕੋਲ ਖਲੋ ਗਏ। ਮਜ਼ਦੂਰ ਆ ਗਏ ਨੇ, ਕਹਿੰਦੇ ਭਾਈ ਤੁਹਾਨੂੰ ਕਿੰਨੀ ਮਜ਼ਦੂਰੀ ਮਿਲਦੀ ਹੈ? ਕਹਿੰਦੇ ਜੀ 8 ਆਨੇ। ਉਦੋਂ ਭਲੇ ਜ਼ਮਾਨੇ ਸਨ, 8 ਆਨੇ ਮਜ਼ਦੂਰੀ ਮਿਲਦੀ ਹੈ। ਕਿੰਨੇ ਘੰਟੇ ਭਾਈ ਕੰਮ ਕਰਦੇ ਹੋ? ਜੀ ਸੂਰਜ ਨਿਕਲਣ ਤੋਂ ਲੈ ਕੇ ਦਿਨ ਛਿਪਣ ਤੱਕ 8 ਘੰਟੇ ਜਿਹੜਾ ਨਾ, ਇਹ ਤਾਂ ਅੰਗਰੇਜ਼ ਲਿਆਏ ਨੇ। 8 ਘੰਟੇ ਦੀ ਡਿਊਟੀ ਅੰਗਰੇਜ਼ ਲਿਆਏ ਨੇ। ਹੁਣ ਫਿਰ ਗੌਰਮੈਂਟ ਨੇ ਪਾਸ ਕਰਤਾ ਕਿ ਮਜ਼ਦੂਰ ਤਾਂ 12 ਘੰਟੇ ਕੰਮ ਤੁਸੀਂ ਲੈ ਸਕਦੇ ਹੋ, ਮਜ਼ਦੂਰੀ 8 ਘੰਟੇ ਦੀ ਦਿਓ, ਕੰਮ ਤੁਸੀਂ ਇਹਨਾਂ ਤੋਂ 12 ਘੰਟੇ ਲੈ ਸਕਦੇ। ਕਾਨੂੰਨ ਪਾਸ ਹੋ ਗਿਆ, ਹੁਣ ਮਜ਼ਦੂਰ ਆਮ ਨਹੀਂ ਕਰ ਸਕਦੇ, ਕੋਈ ਕਰਮਚਾਰੀ ਨਹੀਂ ਕਰ ਸਕਦਾ ਜੀ ਤੁਸੀਂ ਫਾਲਤੂ ਹੋ ਗਏ। 12 ਘੰਟੇ ਹੋ ਗਿਆ। ਹੁਣ ਪ੍ਰਾਈਵੇਟ ਵਾਲੇ ਤਾਂ ਲੈਂਦੇ ਹੀ 12 ਘੰਟੇ ਕੰਮ ਨੇ, ਉਹ ਤਾਂ ਸਿੱਧਾ ਹਿਸਾਬ ਹੈ, ਉਹ ਤਾਂ ਪਹਿਲਾਂ ਛੱਡਦੇ ਹੀ ਨਹੀਂ। ਚਾਹੇ ਕੋਈ ਦਫ਼ਤਰ ਬੈਂਕ ਹੈ, ਚਾਹੇ ਕੋਈ ਹੈ, ਉਹਨਾਂ ਦਾ 12 ਘੰਟੇ ਕੰਮ ਲੈਣਾ ਤੁਹਾਡੇ ਤੋਂ। ਖੈਰ ਪਹਿਲਾਂ 12 ਘੰਟੇ, ਮੈਨੂੰ ਯਾਦ ਹੈ ਜਿਵੇਂ ਪਹਿਲੀ ਦੂਜੀ ਪੜ੍ਹਦਾ ਸੀ, ਜੋ ਦਿਨ ਛਿਪਣ ਵਾਲਾ ਹੋਣਾ, ਟੀਚਰ ਨੇ ਇੱਕ ਮੁੰਡੇ ਨੂੰ ਕਹਿਣਾ, ਆ ਦਰਖਤ 'ਤੇ ਚੜ੍ਹ, ਵੇਖ ਸੂਰਜ ਛਿਪ ਗਿਆ। ਉਹਨੇ ਕਹਿਣਾ ਇਹ ਹਾਂ ਜੀ ਬਸ ਇਹ ਡੁੱਬਣ ਹੀ ਵਾਲਾ, ਵਜਾ ਦੇ ਘੰਟੀ, ਕਰਦੇ ਛੁੱਟੀ। ਦੁਪਹਿਰੇ ਸਾਨੂੰ ਕਾਫੀ ਦੇਰ ਦੀ ਛੁੱਟੀ ਹੁੰਦੀ ਸੀ, ਵੀ ਸੌਂ ਆਓ, ਕੋਈ 4-5 ਵਜੇ ਆ ਜਾਓ ਰੋਟੀ ਰੂਟੀ ਖਾ ਕੇ। ਸਵੇਰੇ ਲੱਗਣਾ ਸਕੂਲ, ਦੁਪਹਿਰੇ 2-3 ਘੰਟੇ ਨਹੀਂ ਲੱਗਣਾ, ਬਸ ਫਿਰ ਲੱਗ ਜਾਣਾ। ਘੰਟੀ ਵੱਜਦੀ ਸੀ, ਕਿਉਂਕਿ ਅੱਜ ਦੀ ਤਰ੍ਹਾਂ ਰੌਲਾ ਗੋਲਾ ਤਾਂ ਬਹੁਤਾ ਹੁੰਦਾ ਨਹੀਂ ਸੀ। ਜਿਹੜਾ ਪੀਅਨ ਸੀ ਉਹ ਛੱਤ 'ਤੇ ਚੜ੍ਹ ਕੇ ਘੰਟੀ ਵਜਾਉਂਦਾ ਹੁੰਦਾ ਸੀ, ਵੀ ਸਾਰੇ ਪਿੰਡ 'ਚ ਸੁਣ ਜੇ ਸਕੂਲ ਲੱਗ ਗਿਆ ਹੈ ਜਾਂ ਸਕੂਲ ਬੰਦ ਹੋ ਗਿਆ ਹੈ। 12 ਘੰਟੇ। ਖੈਰ ਕਹਿੰਦੇ ਜੀ 12 ਘੰਟੇ, ਕਹਿੰਦੇ ਵੀ ਮੈਂ ਵੀ ਕੰਮ ਕਰਾਉਣਾ, ਪਰ ਮੈਂ ਦਿਹਾੜੀ ਦੇਵਾਂਗਾ 1 ਰੁਪਈਆ। ਤੁਹਾਨੂੰ ਤਾਂ 8 ਆਨੇ ਮਿਲਦੇ ਨਾ, ਮੈਂ 1 ਰੁਪਈਆ ਦੇਵਾਂਗਾ। ਇੱਕ ਗੱਲ, ਛਾਵੇਂ ਕੰਮ ਕਰਾਵਾਂਗਾ। 2 ਗੱਲਾਂ, ਸਿਰਫ 4 ਘੰਟੇ ਕਰਾਵਾਂਗਾ। 4 ਘੰਟੇ ਕੰਮ ਕਰਾਵਾਂਗਾ, ਛਾਵੇਂ ਕਰਾਵਾਂਗਾ, ਮਜ਼ਦੂਰੀ ਵੀ ਦੂਣੀ ਦੇਵਾਂਗਾ। ਆਓ, ਅੰਨੇ ਨੂੰ ਕੀ ਚਾਹੀਦੇ? 2 ਅੱਖਾਂ। ਸਾਰੇ ਕਹਿੰਦੇ ਆਵਾਂਗੇ ਜੀ। ਕਹਿੰਦੇ ਫਿਰ ਉਹ ਚੁਬਾਰਾ ਸਵੇਰੇ ਆ ਜਾਓ।
ਆ ਗਏ ਜੀ 15 ਮਜ਼ਦੂਰ। ਛੱਜੂ ਭਗਤ ਜੀ ਕਹਿੰਦੇ ਵੀ ਆ ਖੂਹੀ ਹੈ, ਇੱਥੇ ਆਪਣੇ ਮੂੰਹ ਹੱਥ ਧੋ ਲਓ, 5 ਇਸ਼ਨਾਨਾ ਕਰ ਲਓ। ਕਰ ਲਿਆ ਜੀ ਉਹਨਾਂ ਨੂੰ। ਕਹਿੰਦੇ ਆ ਜਾਓ ਚੁਬਾਰੇ 'ਚ। ਲੈ ਗਿਆ ਚੁਬਾਰੇ 'ਚ। ਕਹਿੰਦੇ ਗੋਲਦਾਰੇ 'ਚ ਬਹਿ ਜਾਓ। ਗੋਲਦਾਰੇ 'ਚ ਬਿਠਾਤਾ। ਸਾਰਿਆਂ ਨੂੰ ਇੱਕ ਇੱਕ ਮਾਲਾ ਦੇਤੀ। ਆ ਲਓ ਮਾਲਾ। ਕਿਹਾ ਸੁਣੋ, 4 ਘੰਟੇ ਤੁਸੀਂ ਰਾਮ ਰਾਮ ਮੂੰਹ 'ਚ ਕਰਨਾ, ਠੀਕ ਹੈ। ਸ਼ਰਤ ਇੱਕ ਹੈ, ਕਿਸੇ ਵੱਲ ਵੇਖਣਾ ਨਹੀਂ, ਕਿਸੇ ਨਾਲ ਗੱਲ ਨਹੀਂ ਕਰਨੀ। ਜੇ ਤੁਸੀਂ ਇੱਕ ਦੂਜੇ ਵੱਲ ਵੇਖੋਗੇ ਜਾਂ ਗੱਲ ਕਰੋਗੇ ਤੁਹਾਨੂੰ ਕੋਈ ਪੈਸਾ ਨਹੀਂ ਮਿਲੇਗਾ। 4 ਘੰਟੇ ਤੁਸੀਂ ਰਾਮ ਰਾਮ ਕਰਦੇ ਰਹੋ, ਤੁਹਾਨੂੰ 4 ਘੰਟਿਆਂ ਬਾਅਦ 1-1 ਰੁਪਈਆ ਮਿਲ ਜਾਵੇਗਾ। ਮੈਂ ਹੁਣੇ ਕਹਿਣਾ ਬਾਣੀ ਆਖਣ ਔਖਾ ਸੱਚਾ। 15 ਮਿੰਟ ਜਦੋਂ ਕਿੱਥੇ ਜੀ ਲੱਗਦਾ। ਨਾਮ ਵੀ ਉਹੀ ਜਪ ਸਕਦਾ ਜੋ ਪਿਛਲੇ ਜਨਮਾਂ 'ਚ ਜਪਦਾ ਰਿਹਾ ਹੋਵੇ, ਦੂਜੇ ਦਾ ਨਹੀਂ ਜੀ ਲੱਗਦਾ ਹੈਗਾ। ਉਕਤਾ ਗਏ 15 ਮਿੰਟਾਂ। ਜਦੋਂ ਬੰਦਾ ਉਕਤਾਉਂਦਾ ਨਾ ਫਿਰ ਇੱਧਰ ਉੱਧਰ ਵੇਖਦਾ, ਇੱਧਰ ਉੱਧਰ ਦੇਖਣ ਲੱਗ ਗਏ। ਛੱਜੂ ਭਗਤ ਜੀ ਕਹਿੰਦੇ ਭਾਈ ਇੱਕ ਦੂਜੇ ਵੱਲ ਨਹੀਂ ਵੇਖਣਾ, ਰਾਮ ਰਾਮ ਕਰੀ ਜਾਓ। 20 ਮਿੰਟ ਜਦੋਂ ਹੋਏ ਨਾ, ਇੱਕ ਦੂਜੇ ਨਾਲ ਅੱਖਾਂ ਬੁਲਾਈਆਂ, ਜਿਵੇਂ ਹੜਤਾਲ ਕਰੀ ਦੀ ਹੈ। ਸਾਰੇ ਖੜ੍ਹੇ ਹੋ ਗਏ। ਛੱਜੂ ਭਗਤ ਜੀ ਕਹਿੰਦੇ ਕੀ ਹੋ ਗਿਆ? ਕਹਿੰਦੇ ਦੇਖੋ ਭਗਤ ਜੀ, ਸਾਡੇ ਤੋਂ ਨਹੀਂ ਕਰ ਹੁੰਦੀ ਰਾਮ ਰਾਮ, ਅਸੀਂ ਤਾਂ ਟੋਕਰੀ ਢੋਣੀ ਹੈ। ਆ ਲਓ ਆਪਣੀ ਮਾਲਾ। ਆਖਣ ਔਖਾ ਸੱਚਾ। ਇਹ ਵਾਕਈ ਔਖਾ, ਸੌਖਾ ਕੰਮ ਨਹੀਂ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਮ। ਪਰ ਜੇ ਕਹਿੰਦੇ ਸਾਚੇ ਨਾਮ ਕੀ ਲਾਗੈ ਭੂਖ। ਨਾਮ ਦੀ ਭੁੱਖ ਤੋਂ ਭਾਵ ਹੈ ਜੇ ਬਹੁਤ ਨਾਮ ਜਪਣ ਨੂੰ ਜੀ ਕਰੇ, ਆ ਭੁੱਖ ਤੋਂ ਭਾਵ ਹੈ। ਜੇ ਨਾਮ ਦੀ ਕਿਤੇ ਭੁੱਖ ਲੱਗ ਜੇ, ਭਾਵ ਨਾਮ ਜਪਣ ਨੂੰ ਜੀ ਕਰੇ ਨਾ, ਤਿਤ ਭੁੱਖ ਹੈ। ਇਸ ਭੁੱਖ ਰਾਹੀਂ ਖਾਏ ਚਲੀ ਹੈ ਦੁੱਖ। ਮਨੁੱਖ ਦੇ ਸਾਰੇ ਦੁੱਖ ਖਾਧੇ ਜਾਂਦੇ ਹਨ, ਸਾਰੇ ਦੁੱਖ ਖਤਮ ਹੋ ਜਾਂਦੇ ਹਨ। ਜੇ ਕਿਤੇ ਨਾਮ ਜਪਣ ਦੇ ਅੰਦਰ ਇੱਛਾ ਪੈਦਾ ਹੋ ਜਾਏ, ਦੁੱਖ ਹੀ ਕਦੇ ਖਤਮ ਹੋ ਜਾਂਦੇ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਾਂ ਜੀਵਾਂ ਵਿਸਰੈ ਮਰ ਜਾਉ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਾਂ ਜੀਵਾਂ ਵਿਸਰੈ ਮਰ ਜਾਉ। ਆਖਣ ਔਖਾ ਸਾਚਾ ਨਾਮ, ਆਖਣ ਔਖਾ ਸਾਚਾ ਨਾਮ। ਆਖਣ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲਾਗੈ ਭੂਖ, ਸਾਚੇ ਨਾਮ ਕੀ ਲਾਗੈ ਭੂਖ। ਸਾਚੇ ਨਾਮ ਕੀ ਲਾਗੈ ਭੂਖ, ਸਾਚੇ ਨਾਮ ਕੀ ਲਾਗੈ ਭੂਖ। ਤਿਤ ਭੂਖ ਹੈ ਖਾਏ ਚਲੀਐ ਦੁਖ, ਤਿਤ ਭੂਖ ਹੈ ਖਾਏ ਚਲੀਐ ਦੁਖ। ਤਿਤ ਭੂਖ ਹੈ ਖਾਏ ਚਲੀਐ ਦੁਖ, ਤਿਤ ਭੂਖ ਹੈ ਖਾਏ ਚਲੀਐ ਦੁਖ। ਭਾਵ ਜਦੋਂ ਅਸੀਂ ਨਾਮ ਬਹੁਤ ਜਪਾਂਗੇ ਸਾਡੇ ਸਾਰੇ ਦੁੱਖ ਖਤਮ ਹੋ ਜਾਣਗੇ। ਚੰਗੀ ਤਰ੍ਹਾਂ ਯਾਦ ਰੱਖਣਾ ਕਿ ਦੁੱਖ ਕਿਉਂ ਆਉਂਦੇ ਨੇ, ਇਹ ਨਾਮ ਜਪਣ ਨਾਲ ਕਿਉਂ ਦੂਰ ਹੁੰਦੇ ਨੇ। ਪਹਿਲਾਂ ਸਾਨੂੰ ਕਾਰਨ ਪਤਾ ਹੋਣਾ ਚਾਹੀਦਾ ਕਿ ਦੁੱਖ ਕਿਉਂ ਆਉਂਦੇ ਨੇ। ਧਰਮ ਕਹਿੰਦਾ ਤੁਹਾਡੇ ਪਿਛਲੇ ਤੇ ਹੁਣ ਦੇ ਮਾੜੇ ਕਰਮਾਂ ਕਾਰਨ ਤੁਹਾਡੀ ਜ਼ਿੰਦਗੀ ਦੁੱਖ ਆਉਂਦੇ ਨੇ। ਜ਼ਿੰਦਗੀ 'ਚ ਦੁੱਖ ਸਾਡੇ ਕੀਤੇ ਹੋਏ ਮਾੜੇ ਕਰਮਾਂ ਦਾ ਨਤੀਜਾ ਹੈ। ਮੰਨ ਲਓ ਅਸੀਂ ਨਾਮ ਨਹੀਂ ਜਪਦੇ ਤਾਂ ਉਹ ਜਿਹੜਾ ਕਰਮ ਹੈ, ਦੁੱਖ ਦਾ ਜਿਹੜਾ ਕਾਰਨ ਹੈ ਉਹ ਨਹੀਂ ਖਤਮ ਹੋਏਗਾ ਅਤੇ ਸਾਨੂੰ ਪੂਰਾ ਸਮਾਂ ਦੁੱਖ ਭੋਗਣਾ ਪਵੇਗਾ। ਨਾਮ ਇਸ ਲਈ ਜਪਣਾ ਕਿ ਜਿਹੜਾ ਨਾਮ ਹੈ ਉਹ ਸਾਡੇ ਮਾੜੇ ਕਰਮਾਂ ਨੂੰ ਕੱਟ ਦਿੰਦਾ ਹੈ। ਜਿਸ ਕਰਮ ਕਾਰਨ ਦੁੱਖ ਸੀ, ਨਾਮ ਨੇ ਉਹ ਕਰਮ ਹੀ ਕੱਟਤਾ, ਇਸ ਲਈ ਦੁੱਖ ਖਤਮ ਹੋ ਜਾਂਦਾ ਹੈ। ਨਾਮ ਨੇ ਸਾਡੇ ਮਾੜੇ ਕਰਮ ਨੂੰ ਹੀ ਕੱਟ ਦੇਣਾ ਹੈ। ਮਾੜਾ ਕਰਮ ਕੱਟ ਗਿਆ ਫਿਰ ਜਿਹੜਾ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਤਾਂ ਸੁੱਖ ਮਿਲਦਾ। ਜੇ ਨਾਮ ਨਹੀਂ ਜਪਾਂਗੇ, ਬਾਣੀ ਨਹੀਂ ਪੜ੍ਹਾਂਗੇ, ਸਤ ਸੰਗਤ ਨਹੀਂ ਕਰਾਂਗੇ ਤਾਂ ਸਾਨੂੰ ਆਪਣੇ ਕਰਮ ਭੋਗਣੇ ਪੈਣੇ ਹਨ। ਨਹੀਂ ਫਿਰ
ਕਹਿੰਦੇ ਭੋਗੇ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ। ਜੇ ਨਾਮ ਨਹੀਂ ਜਪਾਂਗੇ, ਬਾਣੀ ਨਹੀਂ ਪੜਾਂਗੇ, ਫਿਰ ਸਾਡੇ ਕਰਮ ਨਹੀਂ ਕੱਟਦੇ। ਬਾਣੀ ਗੁਰੂ ਹੈ ਤੇ ਗੁਰੂ ਮਹਾਰਾਜ ਸਮਰੱਥ ਨੇ। ਪਰਮਾਤਮਾ ਕਹਿੰਦਾ ਮੈਂ ਤੁਹਾਡੇ ਕਰਮਾਂ ਨੂੰ ਵੇਖ ਕੇ ਤੁਹਾਡੀ ਕਿਸਮਤ ਲਿਖਤੀ ਮੈਂ ਤਾਂ। ਹੁਣ ਮੇਰੇ ਕਿਤੇ ਤਰਲੇ ਕੱਢਣ ਦੀ ਲੋੜ ਨਹੀਂ ਹੈਗੀ, ਮੈਂ ਹੀ ਤਾਂ ਕਰਮ ਲਿਖੇ ਨੇ। ਤੁਸੀਂ ਕਰਮ ਕੀਤੇ, ਮੈਂ ਤੁਹਾਡੀ ਕਿਸਮਤ ਲਿਖਤੀ। ਪਰ ਕਿਉਂਕਿ ਮੈਂ ਤੁਹਾਨੂੰ ਪੈਦਾ ਕੀਤਾ, ਮੈਂ ਤੁਹਾਨੂੰ ਇਸ ਸੰਸਾਰ 'ਤੇ ਭੇਜਿਆ, ਤੁਸੀਂ ਮੇਰੇ ਬੱਚੇ ਬੱਚੀਆਂ ਹੋ, ਅਤੇ ਪਿਤਾ ਹੋਣ ਦੇ ਨਾਤੇ ਮੈਨੂੰ ਤੁਹਾਡੇ 'ਤੇ ਤਰਸ ਵੀ ਆਉਂਦਾ ਹੈ। ਇਸ ਲਈ ਮੈਂ ਇੱਕ ਢੰਗ ਦੱਸਦਾ ਤੁਹਾਨੂੰ, ਮੈਂ ਸੰਸਾਰ 'ਤੇ ਗੁਰੂ ਅਤੇ ਸਾਧੂ ਭੇਜ ਰਿਹਾ ਹਾਂ। ਉਹਨਾਂ ਨੂੰ ਮੈਂ ਅਧਿਕਾਰ ਦੇ ਕੇ ਭੇਜ ਰਿਹਾ ਕਿ ਉਹ ਮੇਰੇ ਲਿਖੇ ਨੂੰ ਬਦਲ ਸਕਦੇ ਹਨ। ਅਗਰ ਤੁਹਾਡੀ ਕਿਸਮਤ ਮਾੜੀ ਲਿਖੀ ਗਈ ਹੈ, ਤੁਸੀਂ ਆਪਣੀ ਕਿਸਮਤ ਤੋਂ ਦੁਖੀ ਹੋ, ਤਾਂ ਜਾਂ ਤਾਂ ਕਿਸੇ ਸਾਧੂ ਕੋਲੇ ਜਾਓ ਜਾਂ ਗੁਰੂ ਕੋਲੇ ਜਾਓ, ਉਹ ਮੇਰੀ ਕਿਸਮਤ ਨੂੰ ਬਦਲ ਸਕਦੇ ਹਨ। ਹੁਣ ਸਾਡਾ ਗੁਰੂ ਕੌਣ ਹੈ? ਬਾਣੀ। ਇਸ ਲਈ ਬਾਣੀ ਨੇ ਸਾਡੀ ਕਿਸਮਤ ਬਦਲਣੀ। ਬਾਣੀ ਪੜ੍ਹੋ, ਨਾਮ ਜਪੋ, ਬੈਡ ਲੱਕ ਤੋਂ ਹੌਲੀ ਹੌਲੀ ਤੁਹਾਡੀ ਗੁੱਡ ਲੱਕ ਹੋ ਜਾਵੇਗੀ। ਜੇ ਬਾਣੀ ਨਹੀਂ ਪੜ੍ਹੋਗੇ ਜਾਂ ਨਾਮ ਨਹੀਂ ਜਪੋਗੇ ਤਾਂ ਫਿਰ ਬੈਡ ਲੱਕ ਤਾਂ ਫਿਰ ਬੈਡ ਹੀ ਰਹੇਗੀ, ਭੋਗੀ ਜੋ ਸਾਰੀ ਉਮਰ। ਚੀ ਕਰੀ ਜਾਓ, ਫੀ ਕਰੀ ਜਾਓ, ਉਸ ਨਾਲ ਕੁਛ ਨਹੀਂ ਬਣਦਾ। ਰੋਣ ਪਿੱਟਣ ਨਾਲ ਕਿਸਮਤ ਨਹੀਂ ਬਦਲਿਆ ਕਰਦੀ। ਸਰਕਾਰ ਨੂੰ ਗਾਲਾਂ ਕੱਢਣ ਨਾਲ ਵੀ ਤੁਹਾਡੀ ਕਿਸਮਤ ਨਹੀਂ ਬਦਲਣੀ। ਕਿਸਮਤ ਤੁਹਾਡੇ ਕਰਮਾਂ ਕਾਰਨ ਹੈ। ਮਨੁੱਖ ਆਪਣੇ ਕਰਮ ਠੀਕ ਨਹੀਂ ਕਰਦਾ, ਦੋਸ਼ ਦੂਜਿਆਂ ਨੂੰ ਦਿੰਦਾ ਹੈ। ਅਗਰ ਮੈਂ ਚੋਰੀਆਂ ਕਰ ਰਿਹਾ, ਜਿੱਦੇ ਫੜਿਆ ਗਿਆ ਕਟਾਪਾ ਤਾਂ ਹੋਣਾ ਹੀ ਹੋਣਾ ਹੈ। ਫਿਰ ਫਲਾਣੇ ਨੇ ਮੇਰੀ ਸ਼ਿਕਾਇਤ ਕਰਤੀ ਸੀ, ਫਲਾਣੇ ਨੇ ਫੜਾਤਾ ਜੀ, ਇਹ 10 ਕਰੋੜ ਇਹਦੇ ਕੋਲ ਹੈ ਜੀ, ਵੀ ਤੇਰੇ ਕੋਲ ਸੀ ਤਾਂ ਹੀ ਹੈ, ਨਾ ਹੁੰਦਾ ਫਿਰ ਕਿਉਂ ਫੜ ਲੈਂਦੇ ਤੈਨੂੰ? ਇਹ ਦੋਸ਼ ਅਸੀਂ ਦੂਜਿਆਂ ਨੂੰ ਦਿੰਦੇ ਹਾਂ। ਦੱਦਾ ਦੋਸ਼ ਨਾ ਦੇਊਂ ਕਿਸੇ, ਦੋਸ਼ ਕਰਮਾਂ ਆਪਣੇ। ਪੰਚਮ ਪਾਤਸ਼ਾਹ ਕਹਿੰਦੇ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ, ਮੈਂ ਆਪਣੇ ਕਰਮਾਂ ਨੂੰ ਦੋਸ਼ ਦਿੰਦਾ। ਜੋ ਮੈਂ ਕੀਆ ਸੋ ਮੈਂ ਪਾਇਆ, ਮੈਂ ਜੋ ਕੀਤਾ ਪਾ ਰਿਹਾ, ਬਸ ਦੋਸ਼ ਦੇਣਾ ਕੋਈ ਨਹੀਂ। ਕਰਮ ਬਦਲੋ, ਬਸ ਆਪਣੇ ਕਰਮ ਬਦਲੋ, ਕਰਮ ਸਹੀ ਕਰ ਲਓ, ਆਪੇ ਸਭ ਕੁਝ ਠੀਕ ਹੋ ਜਾਏਗਾ। ਕਰਮ ਜਦੋਂ ਸਹੀ ਹੋ ਗਏ, ਫਿਰ ਜਿਹੜਾ ਹੈ ਅੱਗੇ ਤੋਂ ਤਾਂ ਕੋਈ ਗਲਤੀ ਹੋਏਗੀ ਨਹੀਂ, ਕੋਈ ਮਾੜਾ ਕਰਮ ਹੋਏ ਨਹੀਂ, ਕਿਉਂਕਿ ਕਰਮ ਸਹੀ ਕਰ ਲਿਆ ਸੀ। ਪਹਿਲਾਂ ਜਿਹੜੇ ਕੀਤੇ ਸੀ ਉਹ ਬਾਣੀ ਪੜ੍ਹ ਕੇ, ਨਾਮ ਜਪ ਕੇ ਉਹਨਾਂ ਨੂੰ ਕੱਟ ਲਓ। ਜਦੋਂ ਨਾਮ ਜਪ ਕੇ ਕਰਮ ਹੀ ਕੱਟ ਗਿਆ, ਆਪੇ ਦੁੱਖ ਆਪੇ ਖਤਮ ਹੋ ਗਿਆ ਹੈ। ਹੋਰ ਕੋਈ ਚਾਰਾ ਨਹੀਂ ਹੈ, ਹੋਰ ਕੋਈ ਢੰਗ ਤਰੀਕਾ ਨਹੀਂ ਆਪਣੇ ਦੁੱਖ ਨੂੰ, ਆਪਣੀ ਗਰੀਬੀ ਨੂੰ ਦੂਰ ਕਰਨ ਦਾ। ਗਰੀਬੀ ਵੀ ਕਾਰਨ ਹੈ, ਅਮੀਰੀ ਦਾ ਵੀ ਕਾਰਨ ਹੈ। ਪਿਛਲੇ ਜਨਮਾਂ 'ਚ ਪੁੰਨ ਦਾਨ ਕੀਤਾ, ਅੱਗੇ ਅਮੀਰੀ ਮਿਲੇਗੀ। ਲੁੱਟਾਂ ਖੋਹਾਂ ਕੀਤੀਆਂ, ਚੋਰੀਆਂ ਕੀਤੀਆਂ, ਡਾਕੇ ਮਾਰੇ ਨੇ, ਮਿਲਾਵਟਾਂ ਕੀਤੀਆਂ, ਠੱਗੀਆਂ ਕੀਤੀਆਂ, ਧੱਕਾ ਕੀਤਾ ਹੈ, ਕਿ ਕਿਸੇ ਦਾ ਪਲਾਟ ਦੱਬ ਲਿਆ, ਕਿਸੇ ਦਾ ਮਕਾਨ ਦੱਬ ਲਿਆ, ਪੈਸੇ ਦੇ ਕੇ ਮੁੱਕਰਿਆ ਨਹੀਂ, ਪੈਸੇ ਲੈ ਕੇ ਮੁੱਕਰ ਗਿਆ। ਇਹ ਗਰੀਬੀ ਦਾ ਕੀ ਕਾਰਨ ਬਣੇਗਾ? ਫਿਰ ਉਹਨੂੰ ਸਮਝ ਨਹੀਂ ਆਉਣਾ ਮੈਂ ਗਰੀਬ ਕਿਉਂ ਹਾਂ, ਉਹਨੂੰ ਸਮਝ ਨਹੀਂ ਆਉਣੀ। ਧਰਮ ਨਾਲ ਜੁੜੇਗਾ, ਫਿਰ ਸਮਝ ਆਏ ਕਿ ਤੂੰ ਕੰਮ ਹੀ ਇਹੋ ਜਿਹੇ ਕੀਤੇ ਜਿਸ ਕਾਰਨ ਪਰਮਾਤਮਾ ਨੇ ਤੈਨੂੰ ਗਰੀਬੀ ਦੇ ਦਿੱਤੀ, ਵੀ ਜਾ ਧੱਕੇ ਖਾਈ ਜਾਣ ਤੂੰ। ਇਹ ਗਰੀਬੀ ਤਾਂ ਮਿਲਦੀ ਹੈ। ਫਿਰ ਗਰੀਬ ਅੱਗੋਂ ਨਾਮ ਨਹੀਂ ਜਪਦਾ, ਇਸ ਲਈ ਉਹਦੀ ਗਰੀਬੀ ਦੂਰ ਨਹੀਂ ਹੁੰਦੀ। ਉਹ ਨਾਮ ਨਹੀਂ ਜਪਦਾ, ਗਰੀਬ ਬਾਣੀ ਨਹੀਂ ਪੜ੍ਹਦਾ, ਸਤ ਸੰਗਤ ਨਹੀਂ ਕਰਦਾ, ਉਹਦੀ ਗਰੀਬੀ ਦੂਰ ਹੀ ਨਹੀਂ ਹੁੰਦੀ। ਨਹੀਂ ਤਾਂ ਬਾਣੀ ਕਹਿੰਦੇ ਦਾਰਦ ਗਰੀਬੀ ਨੂੰ ਕਹਿੰਦੇ, ਦਾਲ ਗਰੀਬੀ ਨੂੰ ਬਾਣੀ ਗੁਰੂ ਦੂਰ ਕਰ ਦਿੰਦੇ ਹੁੰਦੇ ਨੇ। ਸੁਦਾਮੇ ਦੀ ਸਾਰੀ ਗਰੀਬੀ ਕ੍ਰਿਸ਼ਨ ਮਹਾਰਾਜ ਨੇ ਦੂਰ ਕਰਤੀ ਹੈ, ਦੂਰ ਕਰਤੀ ਹੈ। ਬਾਣੀ ਪੜ੍ਹੋ, ਨਾਮ ਜਪੋ, ਤੁਹਾਡੀ ਗਰੀਬੀ ਦੂਰ ਹੋਵੇਗੀ। ਤੁਸੀਂ ਦਿਨੋਂ ਦਿਨ ਅਮੀਰ, ਪਹਿਲਾਂ ਅਮੀਰ ਹੋਰ ਅਮੀਰ ਹੋ ਜਾਓਗੇ। ਫਿਰ ਪਰਮਾਤਮਾ ਫਜ਼ੂਲ ਦਾ ਤੁਹਾਡਾ ਖਰਚਾ ਰੋਕ ਦੇਗਾ। ਕਈ ਮੇਰੇ ਕੋਲ ਆਉਂਦੇ ਨੇ, ਬਾਬਾ ਜੀ ਕਮਾਈ ਤਾਂ ਬਹੁਤ ਹੈ ਪਰ ਬਰਕਤ ਨਹੀਂ ਹੈ। ਮੈਂ ਕਦੇ ਪੁੰਨ ਦਾਨ ਕੀਤਾ, ਕਦੇ ਕੋਈ ਦਸਵੰਧ ਦਿੱਤਾ, ਕਦੇ ਕੋਈ ਦਵਾਨੀ ਲਾਈ ਹੈ ਕਿਸੇ 'ਤੇ? ਨਾ ਜੀ। ਮੈਂ ਫਿਰ ਬਰਕਤ ਕਿੱਥੋਂ ਪਵੇ? ਦਸਮ ਪਾਤਸ਼ਾਹ ਨੇ ਸਾਫ਼ ਕਿਹਾ ਆਪਣੀ ਬਾਣੀ 'ਚ
ਕਿ ਜਾਂ ਤੇ ਦਸਵੰਧ ਬਾਬੇ ਅੱਗੇ ਨੂੰ ਦੇ ਦਿਓ, ਭਾਵ ਗੁਰੂ ਨੂੰ, ਗੁਰੂ ਨਾਨਕ ਨੂੰ ਬਾਬਾ ਜੀ ਕਹਿੰਦੇ ਸਾਰੇ, ਆਪਣਾ ਦਸਵੰਧ ਬਾਬਿਆਂ ਨੂੰ ਦੇ ਦਿਓ, ਨਹੀਂ ਤੇ ਬਾਬਰ ਕਹਿ ਲੈ ਜਾਣੇ ਬਸ। ਤੁਸੀਂ ਕਹੋ ਬਾਬਰ ਕੌਣ ਹੁੰਦੇ ਨੇ? ਉਹ ਤਾਂ ਗਿਆ ਪੁਰਾਣੇ ਜ਼ਮਾਨੇ ਸੀ। ਨਹੀਂ, ਪੁਲਿਸ ਵਾਲੇ ਇਹ ਵੀ ਬਾਬਰ, ਆ ਕਾਲੇ ਕੋਟ ਵਾਲੇ ਇਹ ਵੀ ਬਾਬਰ, ਚਿੱਟੇ ਕੋਟ ਕੌਣ ਹੁੰਦੇ ਭਲਾ? ਡਾਕਟਰ, ਇਹ ਵੀ ਬਾਬਰ। ਇਹ ਨਾ ਲੈ ਜਾਣ, ਨਾ ਦਿਓ ਗੁਰੂ ਨੂੰ। ਬੜੇ ਰਹੋ ਕੰਜੂਸ, ਰੱਖੀ ਰੱਖ ਜੇਬਾਂ 'ਚ, ਉਹਦੀ ਪਤਾ ਲੱਗ ਰਿਹਾ ਜੇਬ ਕੱਟੀ ਗਈ, ਉਹ ਲੈ ਗਿਆ, ਬਾਬਰ ਕੇ ਲੈ ਗਏ। ਐਕਸੀਡੈਂਟ ਹੋ ਗਿਆ, ਲੱਖਾਂ ਰੁਪਏ ਲੈ ਗਏ, ਬਾਬਰ ਕੇ ਲੈ ਗਏ, ਬਾਬਰ ਕੇ ਲੈ ਗਏ। ਜਾਂ ਬਾਬੇ ਕਿਆਂ ਨੂੰ ਦੇ ਦਿਓ, ਜਾਂ ਬਾਬਰ ਕਿਆਂ ਨੇ ਲੈ ਹੀ ਜਾਣੇ ਨੇ। ਹੁਣ ਤੁਹਾਡੀ ਆਪਣੀ ਮਰਜ਼ੀ। ਮੈਂ ਨਹੀਂ ਕਹਿ ਰਿਹਾ ਦਸਮ ਪਾਤਸ਼ਾਹ ਕਰ, ਚਲੋ ਦਸਵੰਧ ਨਹੀਂ ਦੇ 1% 2% ਕੁਛ ਤਾਂ ਗੁਰੂ ਘਰ ਨੂੰ ਦਿਓ। 10 ਰੁਪਏ ਮੱਥਾ ਟੇਕ ਕੇ 40 ਰੁਪਏ ਦੀ ਰੋਟੀ ਖਾ ਕੇ ਵੀ 30 ਰੁਪਏ ਦਾ ਘੱਟ, ਉਹ ਕੌਣ ਪੂਰਾ ਕਰੇਗਾ ਬਈ? ਗੁਰਦੁਆਰੇ ਕੋ ਉੱਪਰੋਂ ਪੈਸੇ ਡਿੱਗਦੇ ਨੇ ਵੀ ਜਿਹਦੇ ਰੋਟੀਆਂ ਡਿੱਗ ਪੈਣਗੀਆਂ ਉੱਪਰੋਂ, ਤੁਹਾਡੇ ਪੈਸੇ ਨੇ ਰੋਟੀਆਂ ਪੱਕਦੀਆਂ ਨੇ। ਕਦੇ ਖਿਆਲ ਕੀਤਾ ਵੀ ਅਸੀਂ 10 ਰੁਪਏ ਮੱਥਾ ਟੇਕਿਆ ਅਤੇ 40 ਰੁਪਏ ਦੀ ਰੋਟੀ ਖਾ ਚਲੇ, ਬਾਕੀ 30 ਰੁਪਏ ਦਾ ਕੌਣ ਹਿਸਾਬ ਦੇਵੇਗਾ ਬਈ? ਗਰੀਬ ਹੈ ਉਹ ਗੱਲ ਵੱਖਰੀ ਹੈ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਗਰੀਬ ਦੀ ਹੋਰ ਗੱਲ ਹੈ। ਉਹ ਵਿਚਾਰਾ 10 ਰੁਪਏ ਮੱਥਾ ਟੇਕਣ ਜੋਗਾ ਵੀ ਨਹੀਂ ਹੈ। ਇੱਕ ਬੰਦਾ ਚੰਗਾ ਪਰ ਲੱਖਾਂ ਪਤੀ ਹੈ, 10 ਰੁਪਏ ਮੱਥਾ ਟੇਕਦਾ, 50 ਰੁਪਏ ਦੀ ਰੋਟੀ ਖਾ ਕੇ ਚਲੇ ਜਾਂਦਾ ਬਈ। ਬਾਕੀ 40 ਰੁਪਏ ਗੁਰਦੁਆਰੇ ਕਿੱਥੋਂ ਆਉਣਗੇ? ਤੁਸੀਂ ਆਪ ਹੀ ਸੋਚੋ। ਮੰਨ ਲਓ 500 ਬੰਦਾ ਹੈ, 500 ਦਾ 500 10 ਰੁਪਏ ਮੱਥਾ ਟੇਕ ਕੇ 50 ਰੁਪਏ ਦੀ ਰੋਟੀ ਖਾ ਜਾਂਦਾ, ਤਾਂ 40 ਰੁਪਏ ਨੂੰ 500 ਨਾਲ ਗੁਣਾ ਕਰ ਲਓ, ਇੰਨੇ ਹਜ਼ਾਰ ਦਾ ਘਾਟਾ ਗੁਰਦੁਆਰੇ ਨੂੰ ਪਏਗਾ। ਉਹ ਕਿੱਥੋਂ ਪੂਰਾ ਹੈਗਾ ਬਈ? ਕਦੇ ਸੋਚਿਆ ਕਿਸੇ ਨੇ? ਉਹ ਕਿੱਥੋਂ ਪੂਰਾ ਹੋਏਗਾ? ਉਹ ਫਿਰ ਉਹ ਪੂਰਾ ਕਰਦੇ ਪੁੰਨ ਦਾਨ ਕਰਨ ਵਾਲੇ ਲੋਕ ਨੇ, ਉਹ ਕਰਦੇ। ਫਿਰ ਉਹ ਲੋਕ ਅਗਲੇ ਜਨਮ 'ਚ ਕਰੋੜਾਂਪਤੀ ਹੁੰਦੇ ਨੇ। ਫਿਰ ਉਹ ਕਰੋੜਾਂਪਤੀ ਹੁੰਦੇ ਨੇ। ਐਵੇਂ ਨਹੀਂ ਹੈ ਕਰੋੜਾਂਪਤੀ ਦੇ ਘਰ ਜੰਮ ਪੈਣ, ਬੜੇ ਵੱਡੇ ਭਾਗ ਹੁੰਦੇ ਨੇ। ਬੜਾ ਪਿਛਲੇ ਜਨਮਾਂ 'ਚ ਪੁੰਨ ਦਾਨ ਕੀਤਾ ਹੁੰਦਾ ਤਾਂ ਕਿਤੇ ਕਰੋੜਾਂਪਤੀ ਦੇ ਘਰ 'ਚ ਜਨਮ ਲੈਂਦਾ ਬੰਦਾ, ਜਿੱਥੇ ਸਾਰੀਆਂ ਸੁੱਖ ਸਹੂਲਤਾਂ ਜੰਮਦੇ ਸਾਰ ਨੇ। ਇਹ ਪੈਸੇ ਨਾਲ ਨਹੀਂ ਜਾਣੇ, ਇੱਥੇ ਹੀ ਰਹਿ ਰੂ ਜਾਣੇ ਨੇ। ਪਿੱਛੇ ਜੜ ਜਾਓ, ਤੁਹਾਡੇ ਜਵਾਕ ਉਜਾੜ ਦੇਣਗੇ। ਇਲ ਗੋਟ ਇਲ ਸਪੈਂਟ, ਗਲਤ ਤਰੀਕੇ ਨਾਲ ਕਮਾਈ ਹੋਈ ਮਾਇਆ ਗਲਤ ਤਰੀਕੇ ਨਾਲ ਖਰਚੀ ਜਾਂਦੀ ਹੈ। ਬਹੁਤੇ 80% ਲੋਕ ਜਿਹੜੀ ਮਾਇਆ ਕਮਾ ਰਹੇ, ਇਹ ਗਲਤ ਤਰੀਕੇ ਨਾਲ ਕਮਾ ਰਹੇ ਹਨ। ਇਸ ਲਈ ਕਿਸੇ ਦਾ ਮੁੰਡਾ ਵਿਗੜ ਗਿਆ ਅਤੇ ਕਿਸੇ ਦੀ ਧੀ ਵਿਗੜ ਗਈ ਹੈ, ਅਤੇ ਕਿਸੇ ਦਾ ਕੁਛ ਹੋ ਗਿਆ ਅਤੇ ਕਿਸੇ ਦਾ ਕੁਛ ਹੋ ਗਿਆ ਹੈ। ਕਿੰਨੀ ਦੁਨੀਆ 'ਤੇ ਮੁਕੱਦਮੇ ਚੱਲੀ ਜਾ ਰਹੇ, 20-20 ਸਾਲ ਚੱਲੇ, ਭੁੱਖਾ ਨੰਗਾ ਬੰਦਾ ਹੋ ਜਾਂਦਾ ਹੈ। ਜਿਸ ਬੰਦੇ ਨੂੰ ਮੁਕੱਦਮੇ ਤੋਂ ਪਰਮਾਤਮਾ ਨੇ ਬਚਾ ਕੇ ਕਹਿੰਦਾ ਮਰਨ ਤੱਕ, ਉਹ ਤਾਂ ਵੱਡੇ ਭਾਗਾਂ ਵਾਲਾ। ਮੈਂ ਜਾਣਦਾ ਕਈ ਲੋਕਾਂ ਨੇ ਸਾਰੀ ਉਮਰ ਥਾਣੇ ਦਾ ਮੂੰਹ ਹੀ ਨਹੀਂ ਵੇਖਿਆ ਹੁੰਦਾ, ਲੋੜ ਹੀ ਨਹੀਂ ਕਦੇ ਪਈ ਪੁਲਿਸ ਵਾਲਿਆਂ ਦੀ ਉਹਨਾਂ ਨੂੰ। ਕਿੱਡੇ ਵੱਡੇ ਭਾਗਾਂ ਵਾਲੇ ਉਹ ਲੋਕ। ਅਤੇ ਕਈ ਰੋਜ਼ ਹੀ ਧੱਕੇ ਖਾਂਦੇ ਪਏ, ਪੁਲਿਸ ਦੀ ਕੁੱਟ ਖਾ ਲਈ ਗਏ, ਲੱਖਾਂ ਰੁਪਈਏ ਦੇ ਲਏ, ਆਹ ਕਰ ਲਿਆ, ਉਹ ਕਰ ਲਿਆ। ਸੋ ਸ਼ੁਭ ਕਰਮ ਕਰੋ, ਬਾਣੀ ਪੜ੍ਹੋ, ਨਾਮ ਜਪੋ, ਮੌਜ ਕਰੋ, ਬਸ ਸਿੱਧਾ ਹਿਸਾਬ ਹੈ। ਬਾਣੀ ਦਾ ਤੱਤ ਸਾਰ ਹੈ। ਮੰਨਣਾ ਨਾ ਮੰਨਣਾ ਇਹ ਬੰਦੇ ਦੀ ਆਪਣੀ ਮਰਜ਼ੀ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ। ਉਹ ਪਰਮਾਤਮਾ ਜੋ ਸਦਾ ਰਹਿਣ ਵਾਲਾ ਹੈ ਅਤੇ ਜਿਹਦਾ ਨਾਮ ਵੀ ਸਦਾ ਰਹਿਣ ਵਾਲਾ ਹੈ, ਉਹ ਪਰਮਾਤਮਾ ਹੈ ਮੇਰੀ ਮਾਂ, ਮੈਨੂੰ ਕਿਉਂ ਵਿਸਰੇ? ਉਹ ਨਹੀਂ ਵਿਸਰਨਾ ਚਾਹੀਦਾ। ਉਹ ਪਰਮਾਤਮਾ ਸੱਚਾ ਜੋ ਸਦਾ ਰਹਿਣ ਵਾਲਾ ਹੈ ਅਤੇ ਜਿਹਦਾ ਨਾਮ ਵੀ ਸੱਚ ਹੈ, ਸਦਾ ਰਹਿਣ ਵਾਲਾ ਹੈ। ਸਦਾ ਰਹਿਣ ਵਾਲਾ ਪਰਮਾਤਮਾ ਜਿਹਦਾ ਨਾਮ ਵੀ ਸਦਾ ਰਹਿਣ ਵਾਲਾ ਹੈ ਮੇਰੀ ਮਾਂ, ਉਹ ਨਹੀਂ ਵਿਸਰਨਾ ਚਾਹੀਦਾ। ਸੋ ਕਿਉਂ ਵਿਸਰੈ ਮੇਰੀ ਮਾਏ, ਸੋ ਕਿਉਂ ਵਿਸਰੈ ਮੇਰੀ ਮਾਏ। ਸੋ ਕਿਉਂ ਵਿਸਰੈ ਮੇਰੀ ਮਾਏ, ਸੋ ਕਿਉਂ ਵਿਸਰੈ ਮੇਰੀ ਮਾਏ। ਸਾਚਾ ਸਾਹਿਬ ਸਾਚੈ ਨਾਏ, ਸਾਚਾ ਸਾਹਿਬ ਸਾਚੈ ਨਾਏ। ਸਾਚਾ ਸਾਹਿਬ ਸਾਚੈ ਨਾਏ।
ਨਾਏ ਪੜਾਂਗੇ ਤਾਂ ਪੰਜਾਬੀ ਤੇ ਹਿੰਦੀ ਦਾ ਹੋਏਗਾ, ਨਾਏ ਪੜਾਂਗੇ ਫਾਰਸੀ ਦਾ ਹੋਏਗਾ, ਅਰਥ ਇੱਕੋ ਹੀ ਹੈ। ਹੁਣ ਮਾਏ ਹੈ, ਮਾਏ ਫਾਰਸੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਮਾਂ। ਮਾਏ ਫਾਰਸੀ ਦਾ ਸ਼ਬਦ ਹੈ, ਅਰਥ ਹੈ ਮਾਂ। ਇਸ ਲਈ ਨਾਏ ਵੀ ਫਾਰਸੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਨਾਮ। ਸੋ ਮਾਏ ਨਾਏ ਜ਼ਿਆਦਾ ਜੁੜਦਾ ਹੈ, ਮਾਏ ਨਾਏ ਇੱਕ ਨਹੀਂ ਠੀਕ ਜੁੜਦਾ। ਇਸ ਲਈ ਜਿੱਥੇ ਲੋੜ ਪਏ ਫਾਰਸੀ ਦਾ ਉਚਾਰਨ ਕਰ ਲੈਣਾ ਹੈ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ। ਉਹ ਪਰਮਾਤਮਾ ਜੋ ਸਦਾ ਰਹਿਣ ਵਾਲਾ ਹੈ, ਜਿਹਦਾ ਨਾਮ ਸਦਾ ਰਹਿਣ ਵਾਲਾ ਹੈ, ਹੇ ਮੇਰੀ ਮਾਂ, ਉਹ ਮੈਨੂੰ ਨਹੀਂ ਭੁੱਲਣਾ ਚਾਹੀਦਾ। ਰਹਾ ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਕਹਿੰਦੇ ਪਰਮਾਤਮਾ ਦੇ ਨਾਮ ਦੀ ਜੇ ਥੋੜ੍ਹੀ ਜਿਹੀ ਵਡਿਆਈ ਵੀ ਨਾ, ਉਹਦੀ ਇੰਨੀ ਮਹਾਨਤਾ ਹੈ ਕਿ ਜਿਹੜੀ ਵਡਿਆਈ ਕਰਦੇ ਕਰਦੇ ਥੱਕ ਗਏ ਪਰ ਉਹਦੀ ਕੀਮਤ ਨਹੀਂ ਪਾ ਸਕੇ। ਨਾਮ ਦੀ ਕੀਮਤ ਨਹੀਂ ਪਾ ਸਕਦੇ। ਨਾਮ ਇੰਨਾ ਕੀਮਤੀ ਹੈ, ਨਾਮ ਇੰਨਾ ਕੀਮਤੀ ਹੈ ਕਿ ਗੁਰਬਾਣੀ ਕਹਿੰਦੀ ਨਾਮ ਲੱਖਾਂ ਕਰੋੜਾਂ 'ਚ ਵੀ ਮੁੱਲ ਨਹੀਂ ਵਿਕਦਾ ਹੈ। ਇਹ ਮੁੱਲ ਨਹੀਂ ਵਿਕਦਾ, ਇਹ ਤਾਂ ਗੁਰੂ ਦੀ ਬਖਸ਼ਿਸ਼ ਨਾਲ ਮਿਲਦਾ ਹੈ। ਜੇ ਮੁੱਲ ਮਿਲਦਾ ਹੁੰਦਾ ਸਾਰੇ ਅਮੀਰ ਨਾਮ ਖਰੀਦ ਕੇ ਲਾਏ ਦੇ, ਆਪਾਂ ਤਾਂ ਉਂਝ ਹੀ ਰਹਿ ਜਾਣਾ ਸੀ ਖਾਲੀ। ਹੁਣ ਤਾਂ ਮਾਰਕੀਟ ਹੀ ਖਾਲੀ ਕਰ ਦੇਣੇ ਸੀ। ਨਿੰਬੂ ਮੁਕਾ ਦੇ ਨਾ ਸਾਰੇ, ਕਰਦੇ ਨਾ 300 ਰੁਪਏ ਕਿੱਲੋ, 300 ਰੁਪਏ ਕਿੱਲੋ ਨਿੰਬੂ ਨੇ। ਇਹ ਕਹਿੰਦੇ ਬੜੇ ਮਹਿੰਗੇ, ਮੈਂ ਜ਼ਰੂਰੀ ਖਰੀਦਣੇ? ਕਿੱਥੇ ਲਿਖਿਆ ਵੀ ਤੁਸੀਂ ਜੇ ਮਹਿੰਗੀ ਚੀਜ਼ ਖਰੀਦੋ ਜੀ? ਬਾਜ਼ਾਰ ਜਾਓ, ਤੁਸੀਂ ਸਬਜ਼ੀ ਲੈਣੀ ਆ, ਉਹਨੂੰ ਪੁੱਛੋ ਸਭ ਤੋਂ ਸਸਤੀ ਕਿਹੜੀ ਸਬਜ਼ੀ? ਉਹ ਕਹੇਗਾ ਆ ਇਹੀ ਦੇ ਦਿਓ ਕਿੱਲੋ ਜੀ। ਹਫ਼ਤੇ ਬਾਅਦ ਜਦ ਦੂਜੀ ਸਸਤੀ ਹੋ ਜਾਏ ਫਿਰ ਖਾ ਲਿਓ। ਜ਼ਰੂਰੀ ਹੈ ਵੀ ਮਹਿੰਗੀ ਖਾਣੀ, ਉਹਨੂੰ ਹੋਰ ਮਹਿੰਗੀਆਂ ਕਰਨਾ। ਮਹਿੰਗੀ ਖਰੀਦੋਗੇ ਹੋਰ ਮਹਿੰਗੀ ਹੋਵੇਗੀ। ਇੱਕ ਹਫ਼ਤਾ ਤੁਸੀਂ ਨਿੰਬੂ ਨਾ ਵਰਤੋ, ਲੈ ਉਹੀ 20 ਰੁਪਏ 30 ਰੁਪਏ ਨੂੰ ਆ ਜਾਣਗੇ ਕਿੱਲੋ। ਆਪੇ ਸਸਤੇ। ਡਿਮਾਂਡ ਐਂਡ ਸਪਲਾਈ ਹੈ। ਇਸ ਵੇਲੇ ਨਿੰਬੂਆਂ ਦੀ ਸਪਲਾਈ ਘੱਟ ਹੈ, ਡਿਮਾਂਡ ਜ਼ਿਆਦਾ ਹੈ, ਇਸ ਲਈ ਕੀਮਤ ਵੱਧ ਗਈ। ਜਦੋਂ ਡਿਮਾਂਡ ਘੱਟ ਜਾਏਗੀ ਅਤੇ ਸਪਲਾਈ ਵੱਧ ਜਾਏਗੀ, ਕੀਮਤਾਂ ਡਾਊਨ ਹੋ ਜਾਣਗੀਆਂ। ਇਹ ਤਾਂ ਇਕਨੋਮਿਕਸ ਦਾ ਪਹਿਲਾ ਅਸੂਲ ਹੈ, ਡਿਮਾਂਡ ਐਂਡ ਸਪਲਾਈ। ਕੀਮਤਾਂ ਜਿਹੜੀਆਂ ਨੇ ਉਹ ਜੇ ਜ਼ਿਆਦਾ ਡਿਮਾਂਡ ਹੈ ਤਾਂ ਕੁਦਰਤੀ ਗੱਲ ਹੈ, ਸਪਲਾਈ ਘੱਟ ਹੈ ਕੀਮਤਾਂ ਵੱਧ ਜਾਣੀਆਂ ਨੇ। ਜੇ ਡਿਮਾਂਡ ਘੱਟ ਹੈ ਤਾਂ ਸਪਲਾਈ ਵੱਧ ਹੈ, ਕੀਮਤਾਂ ਡਾਊਨ ਹੋ ਜਾਣੀਆਂ ਨੇ। ਸੋ ਜ਼ਰੂਰੀ ਨਹੀਂ ਕਿ ਮਹਿੰਗੀ ਹੀ ਖਾਣੀ ਹੈ। ਜਦੋਂ ਗੋਭੀ 40-40 ਰੁਪਏ ਕਿੱਲੋ ਬੜਾ ਲੈਂਦੇ, ਅਮੀਰ ਲੋਕ ਲਈ ਜਾਓ ਬਈ। ਜਦੋਂ 10 ਰੁਪਏ ਕਿੱਲੋ ਹੋਏਗੀ ਉਦੋਂ ਖਾ ਲਿਓ। ਜ਼ਰੂਰੀ 40-50 ਰੁਪਏ ਕਿੱਲੋ ਵਾਲੀ ਖਾਣੀ ਨਹੀਂ। ਉਹਨਾਂ ਜ਼ਿਆਦਾ ਪੈਸੇ ਖਰਚ ਕੇ ਸਵਾਦ ਹੁੰਦਾ। ਕਹਿੰਦੇ ਜੀ ਬੜੀ ਸਵਾਦ ਲੱਗਦੀ। ਸਵਾਦ ਤਾਂ ਇਸ ਲਈ ਪੈਸੇ ਜ਼ਿਆਦਾ ਲੱਗੇ ਨਾ, ਹੋਰ ਤਾਂ ਕੀ ਹੈ? ਹੋਰ ਤਾਂ ਕੋਈ ਨਹੀਂ, ਗੋਭੀ ਤਾਂ ਉਹੀ ਹੈ, ਪੈਸੇ ਜ਼ਿਆਦਾ ਲੱਗੇ ਨੇ, ਫਿਰ ਉਹ ਥੋੜ੍ਹੀ ਹੁੰਦੀ ਹੈ। ਜਦੋਂ ਮਹਿੰਗੀ ਚੀਜ਼ ਹੋਏਗੀ ਉਹ ਤੁਸੀਂ ਥੋੜ੍ਹੀ ਖਰੀਦੋਗੇ, ਜਦੋਂ ਥੋੜ੍ਹੀ ਹੋਏਗੀ ਉਹ ਆਪੇ ਸਵਾਦ ਲੱਗੇਗੀ। ਤੁਹਾਡੇ ਅੱਗੇ ਬਾਟੀ ਭਰ ਕੇ ਦਾਲ ਰੱਖ ਦਿਓ, ਉਹ ਇੰਨੀ ਸਵਾਦ ਨਹੀਂ ਲੱਗੇ। ਇੱਕ ਅੱਧੀ ਕੌਲੀ ਰੱਖ ਦਿਓ, ਦੇਖੋ ਕਿੰਨੀ ਸਵਾਦ ਲੱਗਦੀ ਹੈ। ਲੱਗੂ ਕਿ ਥੋੜ੍ਹੀ ਜਿਹੀ ਹੈ ਨਾ, ਅਤੇ ਰੋਟੀਆਂ 4 ਖਾਣੀਆਂ ਨੇ, ਉਸੇ ਨਾਲ ਹੀ ਖਾਣੀਆਂ ਨੇ। ਬਹਿ ਕੇ 2-4 ਮਿੰਟ ਫਜ਼ੂਲ ਦੀ ਗੱਲ ਹੈ, ਇਸ ਤਰ੍ਹਾਂ ਵਿਚਾਰ ਕਰ ਲਿਆ ਕਰੋ, ਆਪਾਂ ਠੀਕ ਹੋ ਜਾਏਗਾ। ਵਿਚਾਰ ਕਰਾਂਗੇ ਤਾਂ ਹੀ ਕੋਈ ਗੱਲ ਸਮਝ ਆਵੇਗੀ ਨਾ। ਇਹ ਸਵਾਦ ਤਾਂ ਹੁੰਦੀ ਹੈ, ਉਹ ਮਹਿੰਗੀ ਹੈ। ਜਦੋਂ ਉਹੀ ਚੀਜ਼ ਸਸਤੀ ਹੁੰਦੀ ਫਿਰ ਸਵਾਦ ਨਹੀਂ ਲੱਗਦੀ। ਕਿਉਂ? ਫਿਰ ਤੁਸੀਂ ਕਿਲੋਆਂ ਦੇ ਹਿਸਾਬ ਖਰੀਦ ਕੇ ਲਿਆਉਂਦੇ ਹੋ। ਜਦੋਂ ਮਹਿੰਗੀ ਹੁੰਦੀ ਫਿਰ ਪਾਈਆਂ ਦੇ ਹਿਸਾਬ ਨਾਲ ਖਰੀਦ ਕੇ ਲਿਆਉਂਦੇ ਹੋ। ਇੱਕ ਵਾਰੀ ਇੱਕ ਮਾਈ ਚਲੀ ਗਈ, ਇਹ ਕਹਿੰਦੇ 20 ਰੁਪਏ ਜੀ। ਮੈਂ ਪੁੱਛਿਆ, ਉਹਨੇ ਕਿਹਾ ਕਿਲੋ ਪਾ ਦੇ। ਉਹਨੂੰ ਕੀ ਪਤਾ ਕੀ ਪਾ? ਉਹ ਕਹਿੰਦਾ 80 ਰੁਪਏ ਦਿਓ ਜੀ। ਕਹਿੰਦੇ ਤੂੰ ਤਾਂ ਕਿਹਾ 20 ਹੈ। ਕਹਿੰਦਾ ਬੀਬੀ 20 ਪਾਈਏ ਦੇ 20 ਨੇ। ਕਿ ਚੀਜ਼ ਮਹਿੰਗੀ ਹੈ, ਅਸੀਂ ਪਾਈਆਂ ਦੇ ਅਸੀਂ ਰੇਟ ਦੱਸਦੇ ਹਾਂ। ਜਦੋਂ ਸਸਤੀ ਹੁੰਦੀ ਉਦੋਂ ਕਿਲੋ 'ਚ ਰੇਟ ਦੱਸ ਦਿੰਦੇ ਹਾਂ। ਸੋ ਇਸ ਲਈ ਭਾਈ ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਕਹਿੰਦੇ ਸੱਚੇ ਨਾਮ ਦੀ ਜਿਹੜੀ ਵਡਿਆਈ ਹੈ ਨਾ, ਜਿੰਨੀ ਮਰਜ਼ੀ ਕਰ ਲਓ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ ਹੈ, ਕਿਉਂਕਿ ਨਾਮ ਇਤਨਾ ਮਹਿੰਗਾ ਹੈ।
ਜੇ ਸਭ ਮਿਲ ਕੇ ਆਖਣ ਪਾਹੇ, ਜੇ ਸਾਰੇ ਮਿਲ ਕੇ ਵੀ ਪਰਮਾਤਮਾ ਦੀ ਵਡਿਆਈ ਕਰਨ ਲੱਗਣ ਨਾ, ਵੱਡਾ ਨਾ ਹੋਵੇ ਘਾਟ ਨਾ ਜਾਏ। ਰੱਬ ਨੂੰ ਕੋਈ ਨਹੀਂ ਫਰਕ ਪੈਂਦਾ, ਨਾ ਉਹਨੇ ਵੱਡਾ ਹੋ ਜਾਣਾ ਨਾ ਛੋਟਾ ਹੋ ਜਾਣਾ। ਜੇ ਅਸੀਂ ਵਡਿਆਈ ਕਰਾਂਗੇ ਪਰਮਾਤਮਾ ਦੀ, ਅਸੀਂ ਹੀ ਵੱਡੇ ਹੋ ਜਾਣਾ ਹੈ। ਨਿੰਦਿਆ ਕਰਾਂਗੇ ਅਸੀਂ ਹੀ ਛੋਟੇ ਹੋ ਜਾਣਾ। ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਉਹਨੂੰ ਫਰਕ ਪੈਣ ਲੱਗੇ ਫਿਰ ਤਾਂ ਸਾਡੇ ਵਰਗੇ ਹੀ ਹੋਇਆ। ਸਾਡੀ ਕੋਈ ਵਡਿਆਈ ਕਦੇ ਫੁੱਲੇ ਨਹੀਂ ਸਮਾਉਂਦੇ, ਨਿੰਦਿਆ ਕਦੇ ਅੰਦਰ ਸੜਦੇ ਬਲਦੇ ਰਹਿੰਦੇ ਹਾਂ। ਉੱਤੋਂ ਭਾਵੇਂ ਨਾ ਬੋਲੀਏ, ਅੰਦਰ ਮੱਚਦੇ ਰਹਿੰਦੇ ਹੋ। ਹਾਏ ਹੋਏ ਜੇ ਵਡਿਆਈ ਕਹਦੇ ਆਹ ਕਿਆ ਆਨੰਦ ਆਉਂਦਾ ਕਿ ਨਹੀਂ। ਜੇ ਸਾਨੂੰ ਵਡਿਆਈ ਸੁਣ ਕੇ ਆਨੰਦ ਆਉਂਦਾ ਫਿਰ ਵਡਿਆਈ ਕਰੀਦੀ, ਨਿੰਦਿਆ ਨਹੀਂ ਕਰੀਦੀ ਹੁੰਦੀ। ਨਿੰਦਿਆ ਦੀ ਆਦਤ ਹੀ ਹੌਲੀ ਹੌਲੀ ਛੱਡ ਦਿਓ, ਵਡਿਆਈ ਦੀ ਆਦਤ ਪਾਲੋ। ਵਡਿਆਈ ਕਰਨ ਨਾਲ ਆਪਣਾ ਬੰਦਾ ਆਪ ਵੱਡਾ ਹੁੰਦਾ ਹੈ। ਵਡਿਆਈ ਵੱਡਾ ਪਾਇਆ, ਹਾਂ, ਕਿਉਂਕਿ ਬੰਦਾ ਆਪ ਵੱਡਾ ਹੋ ਜਾਂਦਾ ਫਿਰ ਉਹ ਵੱਡੇ ਦੇ ਬਰਾਬਰ ਜਾ ਕੇ ਉਹਨੂੰ ਪ੍ਰਾਪਤ ਕਰ ਲੈਂਦਾ। ਵਡਿਆਈ ਵੀ ਕਰਨੀ, ਝੂਠੀ ਨਹੀਂ ਕਰਨੀ, ਸੱਚੇ ਦਿਲੋਂ ਕਰਨੀ, ਕਿਉਂਕਿ ਜਾਣੀ ਜਾਣ ਹੈ। ਬੰਦੇ ਦੀ ਤਾਂ ਅਸੀਂ ਕਈ ਵਾਰੀ ਝੂਠ ਆਪਣਾ ਕੰਮ ਕਢਾਉਣੇ, ਝੂਠੀ ਵਡਿਆਈ ਵੀ ਕਰ ਦਿੰਦੇ ਹਾਂ ਵੀ ਚਲੋ ਕੰਮ ਕਢਾ ਲਓ ਆਪਣਾ। ਪਰਮਾਤਮਾ ਨੂੰ ਤਾਂ ਪਤਾ ਹੈ ਜੇ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਤਾਂ ਇਸ 'ਚ ਸਾਡਾ ਹੀ ਫਾਇਦਾ। ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਉਹਦੇ 'ਤੇ ਕਰੋ ਨਾ ਕਰੋ, ਨਾ ਕਰੋਗੇ ਨਾ ਕਰੋ, ਦਫਾ ਹੋ। ਉਹਦੀ ਵਡਿਆਈ ਕਰੋਗੇ ਤੁਹਾਡੇ 'ਤੇ ਬਰਕਤਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਵੇ। ਉਹ ਨਾ ਵੱਧਦਾ ਹੈ ਨਾ ਘਟ, ਨਾ ਵਾਧ ਹੈ ਨਾ ਘਾਟ ਹੈ, ਨਾ ਘਾਟ ਵਾਧ ਹੋਤ ਹੈ। ਜਿਵੇਂ ਪਰਮਾਤਮਾ ਨੇ ਜੋ ਪਾਉਣਾ ਸੀ ਤੁਹਾਡੀ ਕਿਸਮਤ 'ਚ ਇੱਕੋ ਵਾਰੀ ਪਾਤਾ ਹੈ। ਨੱਕ ਰਗੜਨ ਤੁਹਾਡੀ ਕਿਸਮਤ ਨਹੀਂ ਬਦਲਣੀ, ਨੌਕਰੀ ਉਹਦੇ ਨਾਲ ਕਿਸਮਤ ਨਹੀਂ ਬਦਲਣੀ। ਜੇ ਕਿਸਮਤ ਵਾਕਈ ਬਦਲ, ਉਹ ਕਹਿੰਦਾ ਮੈਂ ਤਾਂ ਜੋ ਤੁਹਾਡੀ ਕਿ ਇੱਕੋ ਵਾਰੀ ਲਿਖਤੀ ਹੈ। ਇੱਕ ਪੁੱਤਰ ਹੋਏਗਾ, ਇੱਕੋ ਹੀ ਹੋਏਗਾ, ਬਸ ਨੱਕ ਰਗੜੀ ਜੋ ਮਰਜ਼ੀ ਕਰ ਰਗੜੀ ਜੋ। ਹਾਂ ਕਹਿੰਦੇ ਦੋ ਚਾਹੀਦੇ ਨੇ, ਫਿਰ ਕਿਸੇ ਸਾਧੂ ਕੋਲੇ ਜਾਓ ਜਾਂ ਗੁਰੂ ਕੋਲੇ ਜਾਓ, ਉਹ ਦੇ ਸਕਦੇ। ਮੈਂ ਤਾਂ ਇੱਕ ਦਿੱਤਾ ਸੀ, ਦੋ ਚਾਹੀਦੇ ਨੇ, ਕਿਸੇ ਸਾਧੂ ਕੋਲੇ ਚਲੇ ਜਾਓ, ਕਿਸੇ ਗੁਰੂ ਕੋਲੇ ਜਾਓ, ਉਹ ਤਾਂ ਕਿਸਮਤ ਬਦਲ ਸਕਦੇ ਤੁਹਾਡੀ। ਨਹੀਂ ਤਾਂ ਤੁਸੀਂ ਆਪਣੇ ਯਤਨਾਂ ਨਾਲ ਆਪਣੀ ਕਿਸਮਤ ਨਹੀਂ ਬਦਲ ਸਕਦੇ। ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੁਕੈ ਭੋਗ। ਨਾ ਉਹ ਮਰਦਾ, ਕਿਉਂਕਿ ਜਦੋਂ ਮਰਨਾ ਹੀ ਨਹੀਂ ਤਾਂ ਫਿਰ ਦੁੱਖ ਕਾਹਦਾ ਹੋਣਾ। ਸੋਗ ਤਾਂ ਆਪਾਂ ਉਦੋਂ ਮਨਾਉਂਦੇ ਜਦੋਂ ਕੋਈ ਮਰ ਜੇ। ਰੱਬ ਨੇ ਤਾਂ ਮਰਨਾ ਹੀ ਨਹੀਂ, ਉਹ ਤਾਂ ਸਦਾ ਰਹਿਣ ਵਾਲਾ ਹੈ। ਦੇਂਦਾ ਰਹੇ, ਉਹ ਤਾਂ ਦਾਤਾਂ ਦੇ ਰਿਹਾ ਹੈ। ਨਾ ਚੁਕੈ ਭੋਗ, ਉਹਦੀ ਦਾਤ ਮੁੱਕਦੀ ਹੀ ਨਹੀਂ। ਉਹ ਤਾਂ ਦਾਤਾਰ ਹੈ, ਉਹਦੀ ਦਾਤ ਨਹੀਂ ਮੁੱਕਦੀ। ਉਹ ਤਾਂ ਦਾਤਾ ਦੇਈ ਜਾ ਰਿਹਾ, ਦੇਂਦਾ ਦੇ ਲੈਂਦੇ ਤੱਕ ਪਾਹੇ। ਅੱਜ ਦੇ ਨਹੀਂ, ਜੁਗਾਂ ਜੁਗੰਤਰ ਖਾਹੀ ਖਾਏ। ਜੁਗਾਂ ਜੁਗਾਂਤਰਾਂ ਤੋਂ ਖਾਣ ਵੇਲੇ ਖਾ ਰਹੇ ਹਨ ਖਾਣ ਵਾਲੇ। ਉਹ ਦਾਤਾ ਦਿੰਦਾ ਜਾ ਰਿਹਾ। ਇੰਨਾ ਜਿਹੜਾ ਨਾਮ ਜਪਦਾ ਹੈ ਉਹਨੂੰ ਵਾਧੂ ਕਰ ਦਿੰਦਾ। ਚੱਕ ਕਿਆ ਯਾਦ ਰੱਖੇ ਤੂੰ ਮੇਰਾ ਨਾਮ ਜਪਦਾ, ਹੁਣ ਵਾਧੂ ਦੇ ਦਿੰਦਾ। ਲੈ ਮੌਜ ਕਰ ਵੀ ਸਜਣਾ। ਨਹੀਂ ਨਾਮ ਜਪਦਾ ਕਿ ਚੰਗਾ ਜੋ ਕਿਸਮਤ 'ਚ ਲਿਖਾ ਕੇ ਲਿਆ ਉਹੀ ਤੈਨੂੰ ਮਿਲੂਗਾ। ਵੱਧ ਲਿਖਾ ਕੇ ਲਿਆ ਵੱਧ ਮਿਲ ਜੂ, ਘੱਟ ਲਿਖਾ ਕੇ ਲਿਆ ਘੱਟ ਮਿਲ ਜੂਗਾ। ਜੇ ਹੋਰ ਚਾਹੀਦਾ ਮੇਰਾ ਨਾਮ ਜਪ, ਗੁਰੂ ਦੀ ਬਾਣੀ ਪੜ੍ਹ। ਗੁਰੂ ਖੁਸ਼ ਹੋ ਗਿਆ ਤਾਂ ਵੀ ਠੀਕ ਹੈ, ਜੇ ਰੱਬ ਖੁਸ਼ ਹੋ ਗਿਆ ਤਾਂ ਵੀ ਠੀਕ ਹੈ। ਨਾਲੇ ਜੇ ਆਪਾਂ ਥੋੜ੍ਹਾ ਜਿਹਾ ਵੀ ਗਿਆਨ ਹੋਵੇ, ਥਾਂ ਥਾਂ 'ਤੇ ਬਾਣੀ ਲਿਖਿਆ ਹੋਇਆ। ਤੁਸੀਂ ਪਹਿਲੀ ਅਤੇ ਦੂਜੀ ਅਸ਼ਟਪਦੀ ਸੁਖਮਨੀ ਸਾਹਿਬ ਦੀ, ਉਹ 'ਚ ਸਿਮਰਨ ਦੀ ਕਿੰਨੀਆਂ ਬਰਕਤਾਂ। ਸਿਮਰਨ ਕਰਨ ਨਾਲ 72 ਚੀਜ਼ਾਂ ਮਿਲਦੀਆਂ ਨੇ। 72 ਇਕੱਲੇ ਸਿਮਰਨ, ਇਕੱਲੇ ਉਹ 'ਚ ਸੁਖਮਨੀ ਸਾਹਿਬ ਇੰਨੇ ਲਾਭ ਦਿੱਤੇ ਨੇ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਇਹ ਤੋਂ ਬਾਹਰ ਕੁਛ ਹੈ ਹੀ ਨਹੀਂ, ਇਸ ਤੋਂ ਬਾਹਰ ਕੁਛ ਨਹੀਂ ਹੈ। ਬਸ ਸਭ ਕੁਛ ਇਹਦੇ ਵਿੱਚ ਹੀ ਹੈ। ਪਰਮਾਤਮਾ ਦਾ ਸਿਮਰਨ ਕਰਨਾ। ਰਿੱਧੀਆਂ ਸਿੱਧੀਆਂ ਦਾ ਭਾਵ ਹੈ ਧਨ ਦੌਲਤ। ਰਿੱਧੀਆਂ ਨੌ ਨਿਧੀਆਂ ਧਨ ਦੌਲਤ, ਸਿੱਧੀਆਂ ਕਰਾਮਾਤੀ ਸ਼ਕਤੀਆਂ। ਤੁਹਾਨੂੰ ਸਿੱਧੀ ਪ੍ਰਾਪਤ ਹੋ ਗਈ, ਬਾਬਾ ਜੀ ਮੇਰੇ ਪੁੱਤਰ ਹੋ ਜਾਏ, ਜਾ ਹੋ ਜਾਏਗਾ ਅਗਲੇ ਸਾਲ, ਹੋ ਗਿਆ।
ਇਹ ਸਿੱਧੀ ਕਿਵੇਂ ਪ੍ਰਾਪਤ ਹੈ? ਨਾਮ ਜਪ ਜਪ ਕੇ। ਨਾਮ ਜਪ ਜਪ ਕੇ ਤੁਹਾਡੀ ਰਸਨਾ ਇੰਨੀ ਸੁਚੀ ਹੋ ਜਾਏਗੀ ਕਿ ਜੋ ਤੁਸੀਂ ਬੋਲ ਦਿਓਗੇ ਸੱਚ ਹੋ ਜਾਏਗਾ। ਕਿਸੇ ਨੂੰ ਸ਼ਰਾਪ ਦਿੱਤਾ ਤਾਂ ਵੀ ਹੋ ਜਾਣਾ, ਕਿਸੇ ਨੂੰ ਵਰ ਦਿੱਤਾ ਤਾਂ ਵੀ ਹੋ ਜਾਣਾ। ਸਿਮਰਨ ਦੇ ਵਿੱਚ ਸਭ ਕੁਛ ਹੈ। 2 ਲਾਈਨਾਂ 'ਚ ਹੀ ਸਭ ਕੁਛ ਹੈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਤਤ ਬੁੱਧ ਦਾ ਰੱਬੀ ਮਤ, ਤੁਹਾਨੂੰ ਰੱਬੀ ਗਿਆਨ ਹੋ ਜਾਏਗਾ, ਰੱਬ ਨਾਲ ਤੁਹਾਡਾ ਧਿਆਨ ਜੁੜ ਜਾਏਗਾ, ਤੁਹਾਡੀ ਰੱਬੀ ਮਤ ਪੈਦਾ ਹੋ ਜਾਏਗੀ ਤੁਹਾਡੇ ਅੰਦਰ। ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਬਸ। ਮੈਂ ਕਈ ਬੈਠਾ ਸੋਚਦਾ ਵੀ ਇਸ ਸ਼ਬਦ ਦੇ ਵਿੱਚ ਯਾਰ ਕਿਆ ਬਾਤਾਂ ਨੇ। ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਰਾਮ ਦਾ ਲੇਗਾ ਰਾਖ। ਕਹਿੰਦਾ 2 ਅੱਖਰ ਭਾਖ ਬੋਲੀ ਜਾਓ, ਰਾਮ 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 ਬੋਲੀ ਜਾਓ, ਆਪੇ ਰਾਮ ਤੁਹਾਡੀ ਰੱਖਿਆ ਕਰੇਗਾ। ਸਾਡੇ ਗੁਰੂ ਕਹੇ ਵਾਹਿਗੁਰੂ 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 ਕਰੀ ਜਾ ਬਸ। ਗੁਰੂ ਇਸ ਲਈ ਖੁਸ਼ ਕਿ ਮੈਨੂੰ ਗੁਰਮੰਤਰ ਦਿੱਤਾ ਸੀ, ਮੇਰੇ ਦਿੱਤੇ ਗੁਰਮੰਤਰ ਦਾ ਜਾਪ ਕਰ ਰਿਹਾ ਹੈ। ਪਰਮਾਤਮਾ ਇਸ ਲਈ ਖੁਸ਼ ਕਿ ਮੇਰਾ ਨਾਮ ਜਪ ਰਿਹਾ ਹੈ। ਜੇ ਤੁਸੀਂ ਨਾਮ ਜਪੋਗੇ ਦੋਨੋਂ ਖੁਸ਼, ਦੋਨੋਂ ਖੁਸ਼। ਗੁਰੂ ਮਹਾਰਾਜ ਇਸ ਲਈ ਖੁਸ਼ ਕਿ ਮੈਨੂੰ ਗੁਰਮੰਤਰ ਦਿੱਤਾ ਸੀ, ਲੈ ਜਾਪ ਕਰਿਆ ਕਰ, ਜਾਪ ਕਰ ਰਿਹਾ ਹੈ, ਮੇਰਾ ਸਿੱਖ ਮੇਰੀ ਗੱਲ ਮੰਨਦਾ ਹੈ। ਗੁਰੂ ਮਹਾਰਾਜ ਖੁਸ਼। ਪਰਮਾਤਮਾ ਇਸ ਲਈ ਖੁਸ਼ ਕਿ ਮੇਰਾ ਨਾਮ ਜਪ ਰਿਹਾ ਹੈ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਥ। ਅਸੀਂ ਐਵੇਂ ਹੀ ਧੱਕੇ ਧੋੜੇ ਜਿਹੇ ਖਾਈ ਜਨੇ, ਨਾਮ ਨਹੀਂ ਜਪਦੇ ਹੈਗੇ। ਕਦੇ ਕਿਸੇ ਨੂੰ ਸਿਫਾਰਸ਼ਾਂ ਨਾਲ ਤੇ ਕਦੇ ਕਿਸੇ ਦੇ ਤਰਲੇ ਕੱਢਦੇ, ਕਦੇ ਕਿਸੇ ਦੇ ਤਰਲੇ ਕੱਢਦੇ। ਤੁਸੀਂ ਨਾਮ ਜਪੀ ਜਾਓ ਜਪੀ ਜਾਓ ਜਪੀ ਜਾਓ। ਜਿਹਦੇ ਅੱਗੇ ਤੁਸੀਂ ਜਾਣਨ ਤਰਲੇ ਕੱਢਦੇ, ਉਹ ਤੁਹਾਨੂੰ ਆ ਕੇ ਪੁੱਛੇਗਾ ਕੋਈ ਸੇਵਾ ਦੱਸੋ ਜੀ। ਨਾਮ 'ਚ ਇੰਨੀ ਤਾਕਤ ਹੈ ਕਿ ਤੁਹਾਨੂੰ ਨਹੀਂ ਜਾਣਾ ਪਏਗਾ ਜੀ ਮੇਰਾ ਕੰਮ ਕਰ ਦਿਓ, ਉਹ ਆਪ ਆਏਗਾ। ਬਾਬਾ ਜੀ ਕੋਈ ਸੇਵਾ ਦੱਸੋ ਜੀ। ਮੈਂ ਬੈਠਾ ਸੀ ਸੰਤ ਸੁਖਦੇਵ ਸਿੰਘ ਜੀ ਕੋਲ, ਨਾਭੇ ਦਾ ਮਿਨਿਸਟਰ ਜਿਹੜਾ ਬਣਿਆ, ਉਹ ਆ ਗਿਆ। ਬਾਬਾ ਜੀ ਮੈਂ ਨਾ ਮਿਨਿਸਟਰ ਬਣ ਗਿਆ PWD ਦਾ, ਰਾਜਾ ਨਰਿੰਦਰ ਸਿੰਘ ਨਾਭੇ ਦਾ। ਸੇਵਾ ਦੱਸੋ। ਕਹਿੰਦੇ ਅੱਛਾ ਰੋਟੀਆਂ ਦੇ ਪੁਲ ਤੋਂ ਲੈ ਕੇ ਇੱਥੇ ਡੇਰੇ ਤੱਕ ਸੜਕ ਬਣਾ ਦੇ ਵਧੀਆ। ਅਗਲੇ ਹਫਤੇ ਮੈਂ ਗਿਆ ਸੰਡੇ ਨੂੰ ਮਿਲਣ, ਮਸ਼ੀਨਾਂ ਲੱਗੀਆਂ, ਸੜਕ ਬਣ ਰਹੀ। ਆਪ ਅਗਲੇ ਆਏ ਪੁੱਛਣ ਬਾਬਾ ਜੀ ਸੇਵਾ ਦੱਸੋ। ਕਿਉਂ ਆਏ? ਬਾਬਿਆਂ ਨੇ ਨਾਮ ਜਪਿਆ ਹੋਇਆ। ਨਾਮ 'ਚ ਯਾਰ ਇੰਨੀ ਤਾਕਤ ਹੈ, ਵੱਡਿਆਂ ਵੱਡਿਆਂ ਨੂੰ ਝੁਕਾ ਦੇ ਨਾਮ। ਮੈਂ ਕਈ ਵਾਰੀ ਬੈਠਾ ਸੋਚਦਾ, ਮੈਂ ਦੱਸਦਾ ਕਿਆ ਤੂੰ ਇਹ ਸ਼ਬਦ ਦੀ ਕਾਢ ਕੱਢੀ ਹੈ ਬਈ ਵੱਡੇ ਵੱਡੇ ਆ ਕੇ ਝੁਕਦੇ ਨੇ, ਨਮਸਕਾਰਾਂ ਕਰਦੇ ਨੇ ਨਾਮ ਵਾਲੇ ਨੂੰ। ਭਗਤ ਰਵਿਦਾਸ ਜੀ ਕਹਿੰਦੇ ਮੈਂ ਚਮਿਆਰ ਹਾਂ। ਉਹ ਪੰਡਤ ਜਿਹੜੇ ਮੇਰੇ ਪਰਛਾਵੇਂ ਤੋਂ ਡਰਦੇ ਸਨ, ਅੱਜ ਵੱਡੇ ਵੱਡੇ ਬੇਪਰ ਪੰਡਤ ਨੂੰ ਕਹਿੰਦੇ ਨੇ, ਉਹ ਮੈਨੂੰ ਡੰਡੌਤ ਕਰਦੇ ਨੇ। ਉਹ ਪੰਡਤ ਜਿਹੜੇ ਚਮਿਆਰ ਦੀ ਸ਼ਕਲ ਨਹੀਂ ਸੀ ਵੇਖਣਾ ਚਾਹੁੰਦੇ ਹੈ, ਉਹ ਪੰਡਤ ਉਸੇ ਚਮਿਆਰ ਨੂੰ ਡੰਡੌਤਾਂ ਕਰਦੇ ਨੇ। ਕਿਉਂ? ਉਹਨਾਂ ਕੋਲੇ ਨਾਮ ਸੀ। ਨਾਮ ਨੇ ਵੱਡੇ ਵੱਡੇ ਝੁਕਾ ਦਿੰਦੇ। ਰਾਜੇ ਮਹਾਰਾਜੇ ਆ ਕੇ ਸਾਧੂ ਨੂੰ ਨਮਸਕਾਰਾਂ ਕਰਦੇ ਨੇ। ਔਰ ਇਹ ਸਦੀਆਂ ਤੋਂ ਹੈ, ਅੱਜ ਤੋਂ ਨਹੀਂ, ਸਦੀਆਂ ਤੋਂ ਹੈ। ਰਾਜੇ ਮਹਾਰਾਜੇ ਹਮੇਸ਼ਾ ਸਾਧੂਆਂ ਤੋਂ ਆਪਣਾ ਆਸ਼ੀਰਵਾਦ ਲੈਣ ਆਉਂਦੇ ਨੇ। ਸਾਧੂ ਹੋਵੇ ਸੀ ਕੋਈ, ਉਹ ਜੇ ਉਂਝ ਬਾਹਰੋਂ ਸਾਧੂ ਤੇ ਅੰਦਰ ਹੈ ਨਹੀਂ, ਫਿਰ ਨਹੀਂ ਗੱਲ ਬਣੇ। ਕਦੇ ਪਾਜ ਉਗੜ ਜਾਇਆ ਕਰਦਾ ਹੈ। ਇਹ ਮਲੰਮਾ ਹੈ, ਇਹ ਫਿਰ ਲੈ ਜਾਣਾ ਕਿਸੇ ਦਿਨ। ਅੰਦਰੋਂ ਬਾਹਰੋਂ ਸਾਧੂ ਹੋਵੇ, ਇਹ ਨਾਮ 'ਤੇ ਤਾਕਤ ਹੀ ਇੰਨੀ ਹੈ। ਤੁਹਾਨੂੰ ਕਹਿਣ ਦੀ ਲੋੜ ਨਹੀਂ, ਇਹ ਕੰਮ ਕਰ ਦਿਓ। ਆਪ ਅੱਗੇ ਕਹਿਣਗੇ ਬਾਬਾ ਜੀ ਸੇਵਾ ਦੱਸੋ, ਬਾਬਾ ਜੀ ਸੇਵਾ ਦੱਸੋ। ਮੈਂ 10,000 ਰੁਪਈਆ ਲੈ ਕੇ ਗੁਰਦਾਸਪੁਰ ਨੂੰ ਤੁਰਿਆ ਸੀ, ਵਾਪਸ ਹੈ 16,000 ਲੈ ਕੇ ਆਇਆ। ਮੈਂ ਕਿਆ ਜੈਮਲ ਸੇ ਨਾਮ 'ਚ ਕਿਆ ਤਾਕਤ ਹੈ। ਕੋਈ ਮੰਗਿਆ ਨਹੀਂ, ਕੁਛ ਨਹੀਂ। ਕੱਪੜੇ ਦੇਤੇ ਉਹ ਵਾਧੂ, ਬੈੱਡ ਸ਼ੀਟ ਦੇਤੀ ਉਹ ਵਾਧੂ, ਹੋਰ ਲੋਈਆਂ ਦੇਤੀਆਂ ਵਾਧੂ, ਮਾਇਆ ਦੇਤੀ ਵਾਧੂ। ਮੈਂ ਕਹਿ ਰਿਹਾ ਨਹੀਂ, ਮੈਨੂੰ ਨਹੀਂ ਲੋੜ। ਨਾ ਜੀ ਬਾਬਾ ਤੁਸੀਂ ਸਾਡੇ ਘਰ ਚਰਨ ਪਾਣ ਲੈ ਜਾਓ ਜੀ। ਇਹ ਨਾਮ ਦੀ ਹੈ ਨਾ। ਨੇ ਜੈਮਲ ਸਿੰਘ ਵਰਗੇ 3300 ਫਿਰਦੇ ਨੇ। 1963 ਦੀ ਗੱਲ ਹੈ। ਮੈਨੂੰ ਆਪਣੇ ਪਿਤਾ ਦੀ ਜੀ ਯਾਦ, ਅੱਜ ਵੀ ਗੱਲ ਯਾਦ ਹੈ।
ਮੈਂ ਜਦੋਂ ਗਿਆ ਮੈਂ ਇਕੱਲਾ ਹੀ ਸਰਦਾਰ ਸੀ ਉੱਥੇ ਪਿੰਡ 'ਚ। ਉਹ ਕੀ ਕਰਦੇ, ਉਹ ਬੜਾ ਸਤਿਕਾਰ ਕਰਦੇ ਸਨ ਵੀ ਸਾਡੇ ਵਿਦਿਆਰਥੀਆਂ ਦਾ ਟੀਚਰ ਹੈ। ਜਦੋਂ ਮੈਂ ਗਲੀ 'ਚ ਲੰਘਣਾ, ਜਿੰਨੇ ਬਜ਼ੁਰਗ ਬੈਠੇ ਹੁੰਦੇ ਸੀ, ਤਾਸ਼ ਖੇਡਦੇ, ਗੱਪਾਂ ਮਾਰਦੇ, ਸਾਰੇ ਖੜ੍ਹੇ ਹੁੰਦੇ, ਮਾਸਟਰ ਜੀ, ਸਰਦਾਰ ਜੀ, ਜੈ ਰਾਮ ਜੀ ਕੀ, ਜੈ ਰਾਮ ਜੀ ਕੀ। ਮੈਂ ਕਿਹਾ ਜੈ ਰਾਮ ਜੈ। ਮੈਨੂੰ ਬੜੀ ਸੰਗ ਲੱਗਣੀ ਵੀ ਮੈਂ 20.5 ਸਾਲ ਦਾ, ਇਹ 70 ਸਾਲ ਦਾ ਬਜ਼ੁਰਗ ਖੜ੍ਹਾ ਹੋ ਕੇ ਮੈਨੂੰ ਕਹਿ, ਸਰਦਾਰ ਜੀ ਜੈ ਰਾਮ ਜੀ ਕੀ, ਜੈ ਰਾਮ ਜੀ ਕੀ। 3 ਮਹੀਨੇ ਬਾਅਦ ਮੈਂ ਘਰ ਮਿਲਣਾ, ਮੈਂ ਪਿਤਾ ਜੀ ਨੂੰ ਕਿਹਾ ਵੀ ਇਸ ਤਰ੍ਹਾਂ ਉਹ ਕਰਦੇ ਨੇ, ਮੈਨੂੰ ਤਾਂ ਸੰਗ ਲੱਗ। ਕਹਿੰਦਾ ਪੁੱਤਰ, ਉਹ ਤੈਨੂੰ ਨਹੀਂ ਜੈ ਰਾਮ ਜੀ ਕੀ ਕਹਿੰਦੇ, ਕਿਤੇ ਕਹੇ ਤੈਨੂੰ ਕਹਿੰਦੇ, ਮੈਂ ਹੋਰ ਕਿਹਨੂੰ ਕਹਿੰਦੇ। ਨਹੀਂ, ਤੇਰੇ ਵਿੱਚ ਜਿਹੜਾ ਟੀਚਰ ਹੈ ਨਾ, ਉਹ ਤਾਂ ਉਹਨੂੰ ਜੈ ਰਾਮ ਜੀ ਹੋ ਰਹੇ, ਤੇਰੇ ਵਰਗੇ 3300 ਜੈਮਲ ਸਿੰਘ ਫਿਰਦੇ ਨੇ। ਇਹ ਮਤ ਸੋਚ ਤੈਨੂੰ ਜੈ ਰਾਮ ਜੀ ਕੀ ਹੋ ਰਹੀ ਹੈ। ਨਹੀਂ, ਤੂੰ ਉਹਨਾਂ ਦੇ ਬੱਚਿਆਂ ਦਾ ਟੀਚਰ ਹੈ। ਤੇਰੇ ਅੰਦਰ ਜੋ ਟੀਚਰ ਹੈ ਨਾ, ਉਸ ਦਾ ਇਹ ਸਤਿਕਾਰ ਹੈ। ਜਿੰਨਾ ਚਿਰ ਤੂੰ ਆਪਣੇ ਅੰਦਰ ਟੀਚਰ ਨੂੰ ਕਾਇਮ ਰੱਖੇਂਗਾ, ਤੇਰਾ ਸਤਿਕਾਰ ਹੁੰਦਾ ਰਹੇਗਾ। ਜਿੱਦੇ ਤੂੰ ਆਪਣੇ ਟੀਚਰ ਨੂੰ ਅੰਦਰ ਗਵਾ ਲੈਣਾ, ਇਹਨਾਂ ਲੋਕਾਂ ਤੈਨੂੰ ਛਿੱਤਰ ਫੇਰਨੇ ਨੇ। ਇਸ ਲਈ ਜਿੰਨਾ ਚਿਰ ਸਾਧੂ ਦੇ ਅੰਦਰ ਸਾਧਪੁਣਾ ਹੈ, ਉਹ ਦੁਨੀਆ ਝੁਕੇਗੀ। ਜਿੱਦੇ ਉਹਦੇ ਅੰਦਰ ਸਾਧਪੁਣਾ ਨਾ ਰਿਹਾ, ਉਹਨਾਂ ਦੁਨੀਆ ਨੇ ਛਿੱਤਰ ਮਾਰਨੇ ਨੇ। ਉਹੀ ਮੰਤਰੀ, ਉਹੀ ਪ੍ਰਧਾਨ ਮੰਤਰੀ ਜਿਹੜੇ ਆਸਾਰਾਮ ਨੂੰ ਅਤੇ ਸਰਸੇ ਵਾਲੇ ਨੂੰ ਆ ਕੇ ਨਮਸਕਾਰਾਂ ਕਰਦੇ, ਮੱਥੇ ਟੇਕਦੇ ਸਨ, ਅੱਜ ਉਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੂੰ ਫੜ ਕੇ ਅੰਦਰ ਕਰਤਾ ਹੈ, ਕਿਉਂਕਿ ਅੰਦਰੋਂ ਸਾਧਪੁਣਾ ਖਤਮ ਹੋ ਗਿਆ। ਹੋਰ ਕੋਈ ਗੱਲ ਨਹੀਂ। ਇਸ ਲਈ ਅੰਦਰਲਾ ਸਾਧਪੁਣਾ ਨਹੀਂ ਖਤਮ ਹੋਣ ਦੇਣਾ। ਆਪਣੇ ਅੰਦਰ ਜੇ ਸਾਧੂ ਹੋ ਗਿਆ, ਪੈਦਾ ਹੋ ਗਿਆ ਨਾ, ਉਹ ਸਾਧਪੁਣਾ ਕਾਇਮ ਰੱਖਣਾ। ਫਿਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੁੰਦੀ ਹੀ ਜਾਣੀ। ਖਿਆਲ ਰੱਖਣਾ। ਮੈਨੂੰ ਉਹ ਗੱਲ ਪੱਲੇ ਬੰਨ੍ਹ ਲਈ। ਕਹਿੰਦਾ ਜੇ ਕਾਕਾ, ਇਹ ਤੇਰਾ ਸਤਿਕਾਰ ਨਹੀਂ, ਤੇਰੇ ਅੰਦਰ ਜੋ ਮਾਸਟਰ ਹੈ ਨਾ, ਮਾਸਟਰ ਟੀਚਰ, ਇਹ ਤਾਂ ਉਹਦਾ ਸਤਿਕਾਰ ਹੈ। ਜਿੰਨਾ ਚਿਰ ਤੂੰ ਆਪਣੇ ਆਪ ਨੂੰ ਠੀਕ ਰੱਖੇਗਾ, ਇਹ ਲੋਕ ਸਤਿਕਾਰ ਕਰਦੇ ਰਹਿਣਗੇ। ਜਿੱਦੇ ਰਤੀ ਵੀ ਅੰਦਰ ਗੜਬੜ ਹੋ ਗਈ ਨਾ, ਇਹਨਾਂ ਲੋਕਾਂ ਨੇ ਤੇਰੇ ਛਿੱਤਰ ਮਾਰਨੇ। ਸੋ ਮੈਂ ਹੁਣ ਫਿਰ ਵੇਖ ਲਿਆ ਕੀ ਹੋ ਰਿਹਾ ਲੋਕਾਂ ਨਾਲ। ਹਾਂ ਵੀ ਅੰਦਰੋਂ ਸਾਧਪੁਣਾ ਗਵਾ ਲਿਆ, ਅਤੇ ਦੇਖੋ ਕੀ ਹਾਲ ਹੋ ਗਿਆ। ਬੜਾ ਦੁੱਖ ਹੁੰਦਾ ਕਿ ਕਿੱਥੇ ਕਿੰਨਾ ਸਤਿਕਾਰ ਸੀ, ਅਰਸ਼ ਤੋਂ ਫਰਸ਼ 'ਤੇ ਆ ਗਏ। ਹਾਂਜੀ, ਇਹਦੇ ਨਾਲ ਦੂਜਾ ਇੱਕ ਹੋਰ ਨੁਕਸਾਨ ਹੁੰਦਾ ਹੈ ਕਿ ਲੋਕ ਕਹਿੰਦੇ ਇਹ ਧਾਰਮਿਕ ਬੰਦੇ ਤਾਂ ਇਹੋ ਜਿਹੇ ਹੁੰਦੇ, ਸਾਧੂ ਸੰਤ ਐਵੇਂ ਦੇ ਪਖੰਡੀ ਹੁੰਦੇ ਨੇ, ਦੂਜਿਆਂ ਦੀ ਵੀ ਬਦਨਾਮੀ ਹੁੰਦੀ ਹੈ। ਸਾਨੂੰ ਆਪਣੀ ਸਾਰੀ ਕਮਿਊਨਿਟੀ ਦਾ ਖਿਆਲ ਰੱਖਣਾ ਚਾਹੀਦਾ ਹੈ। ਜੇ ਮੈਂ ਸਾਡੇ ਘਰ ਪ੍ਰੀਤ ਲੜੀ ਆਇਆ, ਕਦੇ ਮੇਰਾ ਬ੍ਰਦਰ ਜਿਹੜਾ ਸੀ, ਉਹ ਗੁਰਬਖਸ਼ ਸਿੰਘ ਪ੍ਰੀਤ ਲੜੀ ਅੰਮ੍ਰਿਤਸਰ ਵਾਲਾ, ਉਹਦੀ ਭਤੀਜੀ ਨਾਲ ਮੇਰੇ ਬ੍ਰਦਰ ਦੀ ਸ਼ਾਦੀ ਹੋ ਗਈ। ਸਾਡੇ ਮੈਗਜ਼ੀਨ ਆਉਣ ਲੱਗ ਪਿਆ। ਮੈਂ 7ਵੀਂ ਤੋਂ ਉਹ ਮੈਗਜ਼ੀਨ ਪੜ੍ਹਨਾ ਸ਼ੁਰੂ ਕਰ ਦਿੱਤਾ। ਉਹ 'ਚ ਪ੍ਰਸ਼ਨਾਂ ਦੇ ਉੱਤਰ ਦਿੱਤੇ ਹੁੰਦੇ ਸਨ। ਮੈਂ ਗੁਰਬਖਸ਼ ਸਿੰਘ ਪ੍ਰੀਤ ਲੜੀ ਜਦੋਂ ਟੀਚਰ ਲੱਗ ਗਿਆ, ਮੈਂ ਉਹਨਾਂ ਨੂੰ ਲਿਖਿਆ ਬਈ ਅਣਖ ਨਾਲ ਜਿਉਣ ਲਈ ਕੀ ਕਰਨਾ ਚਾਹੀਦਾ ਹੈ। ਉਹ ਕਹਿੰਦੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਉਸ ਤੋਂ ਅਲੱਗ ਵੀ ਤੁਹਾਨੂੰ ਕੋਈ ਹੋਰ ਕੰਮ ਆਉਣਾ ਚਾਹੀਦਾ ਹੈ। ਜਿਵੇਂ ਤੂੰ ਹੇਠਾਂ ਲਿਖਿਆ, ਤੂੰ ਟੀਚਰ ਹੈ, ਅਗਰ ਤੂੰ ਅਣਖ ਨਾਲ ਜਿਉਣਾ ਚਾਹੁੰਦਾ ਹੈ ਤਾਂ ਤੈਨੂੰ ਇਸ ਟੀਚਿੰਗ ਤੋਂ ਬਿਨਾਂ ਹੋਰ ਵੀ ਕੋਈ ਕੰਮ ਹੋਣਾ ਚਾਹੀਦਾ ਹੈ ਕਿ ਅਗਰ ਨੌਕਰੀ ਟੁੱਟ ਜਾਏ ਤਾਂ ਤੂੰ ਆਪਣਾ ਕਮਾ ਕੇ ਖਾ ਸਕੇ। ਜੇ ਤੈਨੂੰ ਹੋਰ ਕੰਮ ਨਹੀਂ ਹੁੰਦਾ ਤਾਂ ਤੁਸੀਂ ਕੀਤੀ ਹੜਤਾਲ, ਸਰਕਾਰ ਨੇ ਮਾਰਿਆ ਦਬਕਾ ਵੀ ਜੇ ਤੁਸੀਂ ਨਾ ਹੜਤਾਲ ਕੀਤੀ ਤੁਹਾਨੂੰ ਕੱਢ ਦਿੱਤਾ ਜਾਏਗਾ। ਤੁਸੀਂ ਡਰਦੇ ਹੋਏ ਵੀ ਰੋਟੀ ਕਿੱਥੋਂ ਖਾਵਾਂਗੇ, ਹੋਰ ਤਾਂ ਕੋਈ ਕੰਮ ਨਹੀਂ ਹੁੰਦਾ, ਤੁਸੀਂ ਆ ਜਾਓਗੇ, ਗੁਲਾਮ ਹੋ ਜਾਓਗੇ। ਅਣਖ ਨਾਲ ਜਿਉਣਾ, ਜਿਹੜਾ ਕੰਮ ਕਰੋ ਉਸ ਤੋਂ ਅਲੱਗ ਵੀ ਇੱਕ ਕੰਮ ਹੋਰ ਆਉਣਾ ਚਾਹੀਦਾ ਹੈ। ਮੈਂ ਆਖਿਆ ਵੀ ਹਾਂ, ਗੱਲ ਤਾਂ ਬੜੀ ਵਧੀਆ ਹੈ। ਕੁਝ ਗੱਲਾਂ ਨੇ ਜਿਹੜੀ ਦਿਮਾਗ ਦੇ ਵਿੱਚ ਬੈਠ ਜਾਂਦੀਆਂ ਵੀ ਹਾਂ ਵਾਕਿਆ ਹੀ। 10ਵੀਂ 'ਚ ਮੈਂ ਪੜ੍ਹਦਾ ਸੀ, ਉਹ 'ਚ ਹਿੰਦੀ ਦਾ ਨਾਟਕ ਸੀ। ਉਹ 'ਚ ਇੱਕ ਪਾਤਰ ਪੁੱਛਦਾ ਦੂਸਰੇ ਨੂੰ, ਕਹਿੰਦਾ ਰੋਟੀ ਕਦੋਂ ਖਾਣੀ ਚਾਹੀਦੀ ਹੈ? ਉਹ ਕਹਿੰਦਾ ਅਮੀਰ ਨੂੰ ਜਦੋਂ ਭੁੱਖ ਲੱਗੇ, ਗਰੀਬ ਨੂੰ ਜਦੋਂ ਮਿਲੇ। ਯਾਰ ਹਾਂ, ਗੱਲ ਤਾਂ ਠੀਕ ਹੈ। ਗਰੀਬ ਨੂੰ ਜਦੋਂ ਮਿਲ ਗਈ ਉਦੋਂ ਹੀ ਖਾ ਲੈਂਦਾ ਅਗਲਾ, ਅਤੇ ਅਮੀਰ ਦਾ ਜਦੋਂ ਜੀਅ ਕਰੇਗਾ ਉਦੋਂ ਖਾਵੇਗਾ। ਇਸੇ ਤਰ੍ਹਾਂ ਬਾਣੀ 'ਚ ਵੀ ਬਹੁਤ ਕੀਮਤੀ ਬਾਤਾਂ ਲਿਖੀਆਂ ਹੋਈਆਂ ਹਨ। ਫਿਰ ਉਸ 'ਤੇ ਬੈਠ ਕੇ ਵਿਚਾਰ ਕਰਿਆ ਕਰੋ ਤਾਂ ਜੋ ਉਹ ਗੱਲ ਤੁਹਾਡੇ ਦਿਮਾਗ 'ਚ ਬੈਠ ਜਾਵੇ। ਅਤੇ ਜਦੋਂ ਕੋਈ ਗੱਲ ਦਿਮਾਗ 'ਚ ਬੈਠ ਜਾਂਦੀ ਨਾ, ਫਿਰ ਉਹਦੇ ਨਾਲ ਸਾਡੇ ਕਰਮ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਗੁਰੂ ਮਹਾਰਾਜ ਕਹਿੰਦੇ
ਨਾ ਉਹ ਮਰੈ ਨ ਹੋਵੈ ਸੋਗ, ਦੇਂਦਾ ਰਹਿ ਨ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਗੁਣ ਤੋਂ ਪਾ ਵਡਿਆਈ, ਉਹਦੀ ਵਡਿਆਈ ਇਹੀ ਹੈ ਕਿ ਨਾ ਕੋਈ ਉਹਦੇ ਵਰਗਾ ਹੋਇਆ, ਨਾ ਕੋਈ ਉਹਦੇ ਵਰਗਾ ਹੋਣਾ। ਵਡਿਆਈ ਹੀ ਪਰਮਾਤਮਾ ਦੀ ਇਸ ਗੱਲ 'ਚ ਹੈ ਕਿ ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ, ਨਾ ਹੋਇਆ ਨਾ ਹੋਣਾ। ਜੇ ਵਡਾਪ ਤੇਵੜ ਤੇਰੀ ਦਾਤ, ਹੈ ਪਰਮਾਤਮਾ ਜਿੱਡਾ ਵੱਡਾ ਤੂੰ ਹੈ, ਓਡੀ ਵੱਡੀ ਤੇਰੀ ਦਾਤ ਹੈ। ਜਿਨ ਦਿਨ ਕਰਕੇ ਕੀਤੀ ਰਾਤ, ਉਹ ਪਰਮਾਤਮਾ ਜਿਹਨੇ ਦਿਨ ਬਣਾਇਆ ਤੇ ਜਿਹਨੇ ਰਾਤ ਬਣਾਈ। ਖਸਮ ਵਿਸਾਰੈ ਤੇ ਕਮਜਾਤ, ਕਮਜਾਤ ਨੀਵੀਂ ਜਾਤ। ਸਿੱਖ ਧਰਮ 'ਚ ਆ ਜਿਹੜੀ ਜਾਤਾ ਪਾਤਾ ਪੰਡਤਾਂ ਨੇ ਬਣਾਇਆ ਸੀ, ਉਹਦੀ ਕੋਈ ਮਹਾਨਤਾ ਨਹੀਂ ਹੈ। ਸਿੱਖ ਧਰਮ 'ਚ ਜਿਹੜਾ ਘਟੀਆ ਕਰਮ ਕਰਦਾ, ਜਿਹੜਾ ਨਾਮ ਨਹੀਂ ਜਪਦਾ, ਉਹ ਵੀ ਕਮਜਾਤ, ਤੇ ਜਿਹੜਾ ਕਮਜਾਤ ਤੇ ਸਨਾਤ ਦਾ ਇੱਕੋ ਮੀਨਿੰਗ ਹੈ। ਕਮਜਾਤ ਕਮੀਨ ਜਿਹਨੂੰ ਆਪਾਂ ਕਹਿੰਦੇ ਹਾਂ, ਘਟੀਆ ਜਾਤ। ਸਨਾਤ ਵੀ ਹੁੰਦੀ ਹੈ ਘਟੀਆ ਜਾਤ। ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਮੈ ਬਾਝ ਸਨਾਤ। ਜਿਹੜੇ ਰੱਬ ਨੂੰ ਭੁਲਾ ਦਿੰਦੇ ਨੇ ਉਹ ਵੀ ਕਮਜਾਤ, ਤੇ ਜਿਹੜੇ ਨਾਮ ਨਹੀਂ ਜਪਦੇ ਉਹ ਵੀ ਕਮਜਾਤ। ਸੋ ਇਸ ਲਈ ਨਾਮ ਜਪਣਾ ਚਾਹੀਦਾ। ਖਸਮ ਵਿਸਾਰੈ ਤੇ ਕਮਜਾਤ, ਖਸਮ ਵਿਸਾਰੈ ਤੇ ਕਮਜਾਤ। ਨਾਨਕ ਨਾਮੈ ਬਾਝ ਸਨਾਤ, ਨਾਨਕ ਨਾਮੈ ਬਾਝ ਸਨਾਤ। ਇਸ ਲਈ ਭਾਈ ਨਾਮ ਜਪੋ। ਨਹੀਂ ਤਾਂ ਕਹਿੰਦੇ ਤੁਸੀਂ ਇਹ ਨਹੀਂ ਫਿਰ ਕਹਿਣਾ ਮੈਂ ਜੀ ਪੰਡਿਤ ਤੱਕ ਨਾ, ਤੂੰ ਤਾਂ ਕਮਜਾਤ ਹੈ, ਮੈਂ ਤਾਂ ਜੱਟ ਨਾ ਕਹਿ, ਤੂੰ ਤਾਂ ਸਨਾਤ ਹੈ, ਘਟੀਆ ਹੈ, ਨੀਚ ਹੈ ਤੂੰ, ਜਿਹੜਾ ਨਾਮ ਨਹੀਂ ਜਪਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ।